ਇਹਦੇ ਤੇ ਕਹਾਵਤ ਇੱਕ ਢੁੱਕਦੀ ਆ ਕਿ ਚੌਕੀਦਾਰੀ ਚੋਰ ਨਿਕਲਿਆ। ਪੰਜਾਬ ਦੇ ਲੋਕਾਂ ਨੇ ਤਾਂ ਚੌਕੀਦਾਰ ਬਣਾਏ ਸੀ 92 ਇਹੀ ਚੋਰ ਨਿਕਲੇ ਨੇ। ਤੇ ਤੁਸੀਂ ਢੀਠ ਹੋ ਕੇ ਕਹੋ ਕਿ ਹਮ ਢੀਠ ਹੈ ਹਮ ਨਾ ਮੰਨੇ। ਕਟਾਰੂ ਚੱਕ ਤਾਂ ਉਹਨਾਂ ਦੇ ਨਾਲ ਦੇ ਕਮਰੇ 'ਚ ਬੈਠਾ ਵਾ, ਉਹਨੂੰ ਬੁਲਾ ਕੇ ਅੱਜ ਤੱਕ ਉਹਨਾਂ ਨੂੰ ਪੁੱਛਿਆ ਨਹੀਂਗਾ ਕਿ ਆਹ ਵੀਡੀਓਜ਼ ਭਾਈ ਸਾਹਿਬ ਤੇਰੀਆਂ ਕਿ ਨਹੀਂ ਤੇਰੀਆਂ। ਸੰਵਿਧਾਨ ਨੇ, ਕਾਨੂੰਨ ਨੇ ਇੱਕ ਐਸਸੀ ਨੂੰ ਇਹ ਅਧਿਕਾਰ ਦਿੱਤਾ ਕਿ ਤੂੰ ਜਿੰਨੇ ਮਰਜ਼ੀ ਐਸੀਆਂ ਨਾਲ ਬਦਫੈਲੀ ਕਰ ਲੈ, ਯੂ ਆਰ ਫ੍ਰੀ ਟੂ ਗੋ। ਵਿਰੋਧੀ ਚ ਧਿਰ ਸੀਗੇ ਉਹ ਕਹਿੰਦੇ ਜੀ ਇਹ ਸਿੱਟਾਂ ਬੇਸਿੱਟਾਂ ਹੁੰਦੀਆਂ ਨੇ। ਉਹਨਾਂ ਨੇ ਸਾਬਤ ਕਰਕੇ ਦਿਖਾਇਆ ਵਾ ਕਿ ਮਗਰਲਿਆਂ ਦਾ ਰਿਕਾਰਡ ਮੈਂ ਤੋੜੂੰਗਾ, ਇਹ ਸਿੱਟਾਂ ਨੂੰ ਮੈਂ ਬੇਸਿੱਟਾ ਕਰੂੰਗਾ। ਪੰਜਾਬ ਦਾ ਸਿਆਸੀ ਮਾਹੌਲ ਇਸ ਸਮੇਂ ਭਖਿਆ ਪਿਆ। ਬਹੁਤ ਸਾਰੇ ਇਹੋ ਜਿਹੇ ਮੁੱਦੇ ਜਿਹੜੇ ਸਿਖਰਾਂ ਨੂੰ ਛੂੰਹਦੇ ਆ ਤੇ ਬਾਅਦ ਦੇ ਵਿੱਚ ਇਦਾਂ ਦੀਆਂ ਸਥਿਤੀਆਂ ਵੀ ਦੇਖਣ ਨੂੰ ਮਿਲਦੀਆਂ ਕਿ ਡੂੰਗੀ ਖਾਈ ਦੇ ਵਿੱਚ ਵੀ ਡਿੱਗ ਜਾਂਦੇ ਆ। ਵਿਰੋਧੀ ਧਿਰਾਂ ਉਹਨਾਂ ਮੁੱਦਿਆਂ ਨੂੰ ਚੁੱਕਦੀਆਂ ਨੇ, ਪਰ ਉਹਨਾਂ ਦਾ ਅੰਜਾਮ ਕੀ ਹੁੰਦਾ? ਵਿਰੋਧੀ ਧਿਰਾਂ ਦਾ ਕੰਮ ਸਿਰਫ ਵਿਰੋਧ ਕਰਨਾ ਨਹੀਂ ਹੁੰਦਾ, ਬਲਕਿ ਲੋਕਾਂ ਦੇ ਪੱਖ ਦੀ ਆਵਾਜ਼ ਬੁਲੰਦ ਵੀ ਕਰਨਾ ਹੁੰਦਾ। ਔਰ ਲੋਕਾਂ ਦੇ ਪੱਖ ਦੀ ਆਵਾਜ਼ ਬੁਲੰਦ ਕਰਦੇ ਕਰਦੇ ਇੱਕ ਮੁੱਦਾ ਉੱਭਰ ਕੇ ਆਉਂਦਾ ਆ ਲਾਲਚੰਦ ਕਟਾਰੂ ਚੱਕ, ਮਾਨ ਸਰਕਾਰ ਦੇ ਮੰਤਰੀ, ਉਹਨਾਂ ਦੀ ਵੀਡੀਓ ਦਾ ਮੁੱਦਾ ਲੈ ਕੇ ਆਉਂਦੇ ਆ ਖੁੱਲ੍ਹ ਕੇ ਬੋਲਣ ਵਾਲੇ ਵਿਧਾਇਕ ਸੁਖਪਾਲ ਖਹਿਰਾ ਹੋਰੀ। ਪਰ ਤਾਜ਼ਾ ਖਬਰਾਂ ਇਹ ਕਹਿੰਦੀਆਂ ਨੇ ਕਿ ਜਿੰਨੇ ਜ਼ੋਰ ਸ਼ੋਰ ਨਾਲ ਉਸ ਮੁੱਦੇ ਨੂੰ ਚੁੱਕਿਆ ਗਿਆ ਸੀ, ਉਸੇ ਤਰੀਕੇ ਨਾਲ ਉਹ ਮੁੱਦਾ ਹੁਣ ਮੂਧੜੇ ਮੂੰਹ ਵੀ ਡਿੱਗ ਪਿਆ ਹੈ। ਕਲੀਨ ਚਿੱਟ ਜਾਂ ਕਹਿ ਲਓ ਕਿ ਕੇਸ਼ਵ ਦਾ ਆਪਣੇ ਬਿਆਨਾਂ ਤੋਂ ਪਲਟਣਾ, ਉਹ तमाम ਨੁਕਤੇ ਕਿਉਂ ਵਾਪਰੇ, ਕਿਵੇਂ ਇੱਥੋਂ ਤੱਕ ਗੱਲ ਪਹੁੰਚਦੀ ਹੈ, ਮੁੱਦਾ ਕੀ ਓਨੀ ਪੁਰਜ਼ੋਰ ਤਰੀਕੇ ਨਾਲ ਨਹੀਂ ਚੱਕਿਆ ਗਿਆ ਤਾਂ ਕਰਕੇ ਕਿਸੇ ਤਣ ਪੱਤਣ ਨਹੀਂ ਲੱਗਾ, ਜਾਂ ਕਾਰਨ ਕੁਝ ਹੋਰ ਨੇ। ਕੁਝ ਹੋਰ ਨੁਕਤੇ ਵੀ ਹੈ, ਆਪਾਂ तमाम ਨੁਕਤਿਆਂ ਦੇ ਉੱਤੇ ਚਰਚਾ ਕਰਨੀ ਆ। ਚਰਚਾ ਕਰਨ ਲਈ ਮੌਜੂਦ ਨੇ ਮੇਰੇ ਨਾਲ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਜੀ। ਖਹਿਰਾ ਸਾਹਿਬ, ਤੁਹਾਡੇ ਵੱਲੋਂ ਜਿੰਨੇ ਜ਼ੋਰ ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀਗਾ, ਤੇ ਮੇਰਾ ਖਿਆਲ ਹੈ ਕਿ ਨੰਗੇ ਧੜ ਲੜਨ ਵਾਲੀ ਗੱਲ ਸੀਗੀ, ਜਿੱਦਾਂ ਤੁਸੀਂ ਇਕੱਲੇ ਹੀ ਨਿੱਤਰ ਕੇ ਆ ਗਏ ਸੀਗੇ। ਈਵਨ ਕਿ ਇੱਕ ਥਾਂ ਤੇ ਇੰਜ ਵੀ ਲੱਗਣ ਲੱਗ ਪਿਆ ਕਿ ਤੁਹਾਡੀ ਪਾਰਟੀ ਵੀ ਤੁਹਾਡੇ ਨਾਲ ਨਹੀਂ ਖੜੀ। ਤੇ ਅੱਜ ਖਬਰ ਆਉਂਦੀ ਹੈ ਜੀ ਉਹ ਤਾਂ ਸੈਟਲਮੈਂਟ ਹੋ ਗਈ ਆ, ਉਹ ਤਾਂ ਯੂ ਟਰਨ ਮਾਰ ਗਿਆ ਕੇਸ਼ਵ ਵੀ ਆਪਣੇ ਬਿਆਨਾਂ ਤੋਂ। ਹੁਣ ਕਿਵੇਂ ਦੇਖਦੇ ਹੋ, ਇਹ ਸੱਚਿਓ ਹੀ ਕੁਝ ਇਹੋ ਜਿਹਾ ਸੀ ਕਿ ਕੇਸ਼ਵ ਹੀ ਗਲਤ ਸੀਗਾ ਜਾਂ ਉਹ ਝੂਠ ਬੋਲ ਰਿਹਾ ਸੀ, ਜਾਂ ਤੁਹਾਨੂੰ ਲੱਗਦਾ ਇਹ ਜਿਹੜਾ ਵਕਫਾ ਪਿਆ ਨਾ, ਉਸ ਵਕਫੇ ਨੇ ਬੜੀਆਂ ਕਹਾਣੀਆਂ ਘੜੀਆਂ ਤੇ ਬੜੀਆਂ ਢਾਹ ਦਿੱਤੀਆਂ? ਦੇਖੋ, ਪਹਿਲਾਂ ਨਾ ਆਪਣੇ ਇਸ ਦੇਸ਼ ਦੇ ਸੰਵਿਧਾਨ ਨੂੰ ਤੇ ਕਾਨੂੰਨ ਨੂੰ ਸਮਝੀ ਆਪਾਂ। ਜਿਹੜੀ ਫੋਟੋ ਭਗਵੰਤ ਸਿੰਘ ਮਾਨ ਟੰਗਦੇ ਨੇ ਨਾ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀ, ਉਹਨਾਂ ਨੇ ਇੱਕ ਸੰਵਿਧਾਨ ਬਣਾਇਆ। ਆਪਣਾ ਦੇਸ਼ ਇੱਕ ਸਿਸਟਮੈਟਿਕ ਤਰੀਕੇ ਨਾਲ ਕੌਨਸਟੀਟਿਊਸ਼ਨ ਨਾਲ ਗਵਰਨ ਹੁੰਦਾ। ਉਸ ਕੌਨਸਟੀਟਿਊਸ਼ਨ ਨੇ ਜਿਹੜੀਆਂ ਪੁਲਿਸ ਨੂੰ ਪਾਵਰਸ ਦਿੱਤੀਆਂ ਅੰਡਰ IPC, ਇੰਡੀਅਨ ਪੀਨਲ ਕੋਡ। ਕੋਈ ਵੀ ਜਿਹੜਾ ਕ੍ਰਾਈਮ ਹੈ ਨਾ, ਜਦੋਂ ਕਮਿਟ ਹੁੰਦਾ ਵਾ, ਚੋਰੀ, ਡਾਕਾ, ਕਤਲ, ਰੇਪ ਐਟਸੈਟਰਾ, ਆ ਜਿਹੜਾ ਕਟਾਰੂ ਚੱਕ ਵਾਲਾ ਵੀ, ਇਹ ਕ੍ਰਾਈਮ ਅਗੇਂਸਟ ਸਟੇਟ ਬਣ ਜਾਂਦਾ। ਫਿਰ ਤੁਸੀਂ ਦੇਖੋਗੇ ਜਦੋਂ ਆਵਾਜ਼ ਪੈਂਦੀ ਅਦਾਲਤਾਂ ਦੇ ਵਿੱਚ, ਉਹ ਕਹਿੰਦੇ ਆਪਣਾ ਕਟਾਰੂ ਚੱਕ ਬਨਾਮ ਸਟੇਟ ਹਾਜ਼ਰ ਹੋਵੋ। ਇਹ ਕਟਾਰੂ ਚੱਕ ਬਨਾਮ ਕੇਸ਼ਵ ਓਫੈਂਸ ਨਹੀਂ ਸੀਗਾ। ਜਿਹੜਾ ਵੀਡੀਓ ਕਲਿੱਪਸ ਜਿੱਦਣ ਮੈਂ ਗਵਰਨਰ ਸਾਹਿਬ ਨੂੰ ਮਿਲ ਕੇ 1 ਤਰੀਕ ਨੂੰ ਦੇ ਦਿੱਤੇ ਸੀਗੇ, ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਕੋਲੋਂ ਉਹਨਾਂ ਨੂੰ ਵੈਰੀਫਾਈ ਕਰਾ ਕੇ ਉਹਨਾਂ ਨੇ ਸਰਕਾਰ ਨੂੰ ਭੇਜਤੀਆਂ ਸੀ। ਹੁਣ 60 ਦਿਨ ਬਾਅਦ ਉਹਨੂੰ ਕਲੀਨ ਚਿੱਟ ਦਵਾਈ ਆ, ਔਰ ਹਾਸੋਹੀਣੀ ਦਲੀਲ ਹੈ ਇਹ। ਤੁਹਾਡੇ ਜ਼ਰੀਏ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਪਹਿਲੀ ਦਲੀਲ ਦਿੱਤੀ ਜੀ ਕਿ ਕੇਸ਼ਵ ਨੇ ਕੰਪਲੇਂਟ ਵਾਪਸ ਲੈ ਲਈ। ਮੈਂ ਕਹਿ ਰਿਹਾ ਇਹ ਕ੍ਰਾਈਮ ਹੁੰਦਾ ਅਗੇਂਸਟ ਦ ਸਟੇਟ। ਕੇਸ਼ਵ ਕੰਪਲੇਂਟ ਚਾਹੇ ਵਾਪਸ ਲੈ ਲੇ ਜਾਂ ਨਾ ਲਵੇ, ਉਹ ਇਮੈਟੀਰੀਅਲ ਆ। ਦੂਸਰੀ ਗੱਲ ਹੈ ਕਿ ਉਹ ਵੀਡੀਓਜ਼ ਪਬਲਿਕ ਡੋਮੇਨ 'ਚ ਨੇ, ਗਵਰਨਰ ਨੇ ਵੈਰੀਫਾਈ ਕੀਤੀਆਂ ਨੇ। ਉਹ ਅੱਜ ਵੀ ਗੁਨਾਹ ਵਾ, ਉਹ ਪਰਸੋਂ ਵੀ ਗੁਨਾਹ ਵਾ, ਤੇ ਅਗਲੀ ਸਰਕਾਰ 'ਚ ਵੀ ਗੁਨਾਹ ਵਾ। ਜੇ ਗਵਰਨਮੈਂਟ ਚਾਹੇਗੀ ਇਹਨੂੰ 7 ਸਾਲ ਬਾਅਦ ਵੀ ਕਟਾਰੂ ਚੱਕ ਨੂੰ ਖਿੱਚ ਕੇ ਤੇ ਰੇਪ ਦਾ ਪਰਚਾ ਦਰਜ ਹੋਵੇਗਾ। ਨੰਬਰ 3 ਦਲੀਲ ਕਹਿੰਦੇ ਜੀ ਕਿ SC ਕਮਿਸ਼ਨ ਤੇ ਗਿਆ ਸੀ ਕੇਸ਼ਵ, ਤੇ ਕਟਾਰੂ ਚੱਕ ਖੁਦ SC ਆ, ਇਸ ਕਰਕੇ ਕੋਈ ਗੁਨਾਹ ਨਹੀਂਗਾ। ਇਹਦੇ ਨਾਲੋਂ ਜ਼ਿਆਦਾ ਹਾਸੋਹੀਣੀ ਬੇਤੁਕੀ ਦਲੀਲ ਨਹੀਂ ਹੋ ਸਕਦੀ। ਇਹਦਾ ਕੀ ਮਤਲਬ ਮੈਂ ਕੱਢਾਂ ਕਿ ਸਾਡੇ ਸੰਵਿਧਾਨ ਨੇ, ਕਾਨੂੰਨ ਨੇ ਇੱਕ SC ਨੂੰ ਇਹ ਅਧਿਕਾਰ ਦਿੱਤਾ ਕਿ ਤੂੰ ਜਿੰਨੇ ਮਰਜ਼ੀ ਐਸੀਆਂ ਨਾਲ ਬਦਫੈਲੀ ਕਰ ਲੈ, ਯੂ ਆਰ ਫ੍ਰੀ ਟੂ ਗੋ। ਸੋ ਤਿੰਨੇ ਚਾਰੇ ਦਲੀਲਾਂ SIT ਤੇ ਅਸਲ ਉਹਨਾਂ ਕੋਲ ਦਲੀਲ ਕੋਈ ਹੈ ਨਹੀਂ ਸੀਗੀ। ਮੈਂ ਤਾਂ ਪਹਿਲੇ ਦਿਨ ਕਹਿਤਾ ਸੀ ਕਿ SIT ਜਿਹੜੀ ਬਣਦੀ ਆ ਨਾ, ਬਣਾਈ ਗਈ ਆ, ਇਹ ਉਹਨੂੰ ਬਚਾਉਣ ਲਈ ਬਣਾਈ ਹੋਊ। ਭਗਵੰਤ ਮਾਨ ਤਾਂ ਆਪ ਕਹਿੰਦੇ ਨੇ ਇਹ ਸਿੱਟਾਂ ਬੇਸਿੱਟਾਂ ਹੁੰਦੀਆਂ ਨੇ। ਤੁਸੀਂ ਸੁਣਿਆ ਉਹਨਾਂ ਦਾ ਬਿਆਨ, ਮੈਂ ਤਾਂ ਨਹੀਂ ਕਿਹਾ। ਉਹ ਜਦੋਂ ਵਿਰੋਧੀ ਚ ਧਿਰ ਸੀਗੇ ਉਹ ਕਹਿੰਦੇ ਜੀ ਇਹ ਸਿੱਟਾਂ ਬੇਸਿੱਟਾਂ ਹੁੰਦੀਆਂ ਨੇ। ਉਹਨਾਂ ਨੇ ਸਾਬਤ ਕਰਕੇ ਦਿਖਾਇਆ ਵਾ ਕਿ ਮਗਰਲਿਆਂ ਦਾ ਰਿਕਾਰਡ ਮੈਂ ਤੋੜੂੰਗਾ, ਇਹ ਸਿੱਟਾਂ ਨੂੰ ਮੈਂ ਬੇਸਿੱਟਾ ਕਰੂੰਗਾ, ਤੇ ਆਪਣੇ ਮੰਤਰੀ ਨੂੰ ਮੈਂ ਕਲੀਨ ਚਿੱਟ। ਜੇ ਐਡੇ ਵੱਡੇ ਐਵੀਡੈਂਸ ਦੇ ਬਾਵਜੂਦ ਕਟਾਰੂ ਚੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਸੀ, ਤੇ ਫਿਰ ਡਾਕਟਰ ਵਿਜੇ ਸਿੰਗਲਾ ਨੂੰ ਕਿਉਂ ਕੱਢਿਆ ਜੀ? ਉਹਦੀ ਤਾਂ ਆਡੀਓ ਕਿਸੇ ਨੇ ਸੁਣੀ ਨਹੀਂ ਗਈ।
ਤੇ ਫਿਰ ਸਰਾਰੀ ਨੂੰ ਕਿਉਂ ਕੱਢਿਆ ਵਾ? ਤੇ ਫਿਰ ਤੁਸੀਂ ਕੋ ਦਿੱਲੀ ਦੁੱਲੀ ਵੀ ਆਪਣੇ ਮੰਤਰੀ ਇਦਾਂ ਹੀ ਵੀਡੀਓ ਕਲਿੱਪਸ ਦੇ ਆਧਾਰ ਤੇ ਕਿਉਂ ਕੱਢੇ ਨੇ? ਫਿਰ ਤੁਸੀਂ ਢੀਠ ਹੋ ਕੇ ਕਹੋ ਕਿ ਹਮ ਢੀਠ ਹੈ, ਹਮ ਨਾ ਮੰਨੇ। ਸੋ ਇਸ ਕਰਕੇ ਇਸ ਸਾਰੀ ਗੱਲ ਦਾ ਹੈਗਾ। ਮੈਂ ਤੁਹਾਨੂੰ ਫਿਰ ਯਕੀਨ ਦਿਵਾਉਣਾ ਚਾਹੁੰਦਾ ਕਿ ਸਾਡੀ ਲੜਾਈ ਜਾਰੀ ਰਹੇਗੀ ਔਰ ਅਲਟੀਮੇਟਲੀ if there is a law of the land in this state, ਉਸ ਕਟਾਰੂ ਚੱਕ ਤੇ ਉਹਨੂੰ ਅਸਤੀਫਾ ਕੱਢਣਾ ਤਾਂ ਪਊਗਾ ਹੀ, ਉਹਦੇ ਤੇ ਪਰਚਾ ਵੀ ਦਰਜ ਹੋਣਾ ਵਾ, ਉਹਨੂੰ ਅੰਦਰ ਵੀ ਜਾਣਾ ਪੈਣਾ। ਔਰ ਜਿਹੜਾ ਵਿਚਾਰਾ ਕੇਸ਼ਵ ਆ, ਦੇਖੋ ਗੱਲ ਸੁਣੋ, ਉਹ ਗਰੀਬ ਆਦਮੀ ਆ, ਉਹਨੇ ਇੱਕ ਗੱਲ ਪਬਲਿਕ ਡੋਮੇਨ 'ਚ ਲਿਆਂਦੀ, ਉਹਦਾ 60 ਦਿਨ ਚੱਲਣ ਦਾ ਮਾਦਾ ਨਹੀਂ ਸੀਗਾ, ਉਹਨੂੰ ਇਹਨਾਂ ਨੇ ਕੈਪਚਰ ਕਰ ਲਿਆ, ਉਹਨੂੰ ਹੁਣ ਧਮਕਾਇਆ ਵੀ ਹੋਊਗਾ ਤੇ ਨਾਲ ਕੋਈ ਲਾਲਚ ਵੀ ਦਿੱਤਾ ਹੋਊਗਾ, ਇਸ ਕਰਕੇ ਉਹਨੇ ਕੰਪਲੇਂਟ ਵਾਪਸ ਲੈ ਲਈ ਹੈ। ਤੁਸੀਂ ਕਿੰਨੇ ਕਿ ਕੈਪਚਰ ਕਰ ਲਿਆ? ਕੁਝ ਸਮਾਂ ਪਹਿਲਾਂ ਜਦੋਂ ਸਿੱਟ ਦੀਆਂ ਖਬਰਾਂ ਨਿਕਲ ਕੇ ਆਉਂਦੀਆਂ ਕਿ ਕੇਸ਼ਵ ਦੇ ਘਰੇ ਜਾ ਕੇ ਲੱਭਦੇ ਉਹਨੂੰ, ਫਿਰ ਕਿਹਾ ਜਾਂਦਾ ਕਿ ਨਹੀਂ ਉਹ ਲੱਭਾ ਨਹੀਂ, ਕੇਸ਼ਵ ਲੱਭਾ ਨਹੀਂ, ਉਹਦੇ ਰਿਸ਼ਤੇਦਾਰਾਂ ਨੂੰ, ਆਸ-ਪਾਸ ਦੇ ਲੋਕਾਂ ਨੂੰ ਅਸੀਂ ਨੰਬਰ ਦੇ ਦਿੱਤਾ ਕਿ ਤੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ। ਕੇਸ਼ਵ ਦੀਆਂ 2 ਚਿੱਠੀਆਂ ਆਉਂਦੀਆਂ ਦਿੱਲੀ ਵਾਲੇ ਪਾਸੋਂ ਆਉਂਦੀਆਂ, ਉਹ ਕੇਸ਼ਵ ਕਹਿੰਦਾ ਜਾਂ ਤਾਂ ਮੇਰੇ ਇਸੇ ਚਿੱਠੀ ਨੂੰ ਬਿਆਨ ਮੰਨ ਲਓ ਮੇਰਾ, ਨਹੀਂ ਤਾਂ ਵੀਡੀਓ ਕਾਨਫਰੰਸਿੰਗ ਅਰੇਂਜ ਕਰ ਲਓ ਜਾਂ ਫਿਰ ਦਿੱਲੀ ਆਣ ਕੇ ਕਰੋ, ਮੈਂ ਪੰਜਾਬ ਨਹੀਂ ਆਉਣਾ। ਤੇ ਹੁਣ ਉਹ ਚਿੱਠੀਆਂ, ਉਹ ਦਾਵਾ, ਇੱਥੇ ਕਹਿੰਦੇ ਜੀ ਕੰਪਲੇਂਟ ਵਾਪਸ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ SIT ਬਣਾਈ ਸੀ ਕੇਸ਼ਵ ਦੇ ਖਿਲਾਫ ਬਣਾਈ ਸੀਗੀ ਕਿ ਕਟਾਰੂ ਚੱਕ ਦੇ ਖਿਲਾਫ ਬਣਾਈ ਸੀ? ਗੁਨਾਹ ਤਾਂ ਕਟਾਰੂ ਚੱਕ ਨੇ ਕੀਤਾ ਨਾ, ਕੇਸ਼ਵ ਤਾਂ ਕੰਪਲੇਨੈਂਟ ਸੀਗਾ, ਪੁਲਿਸ ਕੰਪਲੇਨੈਂਟ ਨੂੰ ਲੱਭਣ ਲੱਗ ਗਈ ਪਹਿਲੇ ਦਿਨ ਤੋਂ ਹੀ। ਕਟਾਰੂ ਚੱਕ ਤਾਂ ਉਹਨਾਂ ਦੇ ਨਾਲ ਦੇ ਕਮਰੇ 'ਚ ਬੈਠਾ ਵਾ, ਉਹਨੂੰ ਬੁਲਾ ਕੇ ਅੱਜ ਤੱਕ ਉਹਨਾਂ ਨੇ ਪੁੱਛਿਆ ਨਹੀਂਗਾ ਕਿ ਆਹ ਵੀਡੀਓਜ਼ ਭਾਈ ਸਾਹਿਬ ਤੇਰੀਆਂ ਕਿ ਨਹੀਂ ਤੇਰੀਆਂ। ਸੋ ਇੱਥੋਂ ਸਾਰਾ ਕੰਮ ਤੁਹਾਨੂੰ ਸਾਫ਼ ਨਜ਼ਰ ਆਉਂਦਾ ਕਿ ਇਹ ਭਗਵੰਤ ਮਾਨ ਦੀ SIT ਦਾ ਮਕਸਦ ਇਹ ਸੀਗਾ ਕਿ ਕਟਾਰੂ ਚੱਕ ਨੂੰ ਬਚਾਉਣਾ। ਔਰ ਮੈਂ ਤੁਹਾਨੂੰ ਇੱਕ ਕਦਮ ਹੋਰ ਅੱਗੇ ਜਾ ਕੇ ਕਹਿਣਾ, ਇਹਨਾਂ ਦੀਆਂ ਹੁਣ ਸਾਜ਼ਿਸ਼ਾਂ ਇਹ ਚੱਲ ਰਹੀਆਂ ਕਿ ਕੇਸ਼ਵ ਕੋਲੋਂ ਬਿਆਨ ਲਿਆ ਕੇ ਖਹਿਰੇ ਤੇ ਪਰਚਾ ਦਰਜ ਕਰੋ। ਇਹ ਅਖੀਰ ਹੀ ਹੋਊਗਾ ਦੁਨੀਆ ਦਾ। ਸਾਡਾ ਕੰਮ ਹੈਗਾ ਵਾ, ਸਾਡੇ ਕੋਲ ਇਸ ਤਰ੍ਹਾਂ ਦੇ ਕਈ ਡਾਕੂਮੈਂਟਸ ਆਉਂਦੇ ਨੇ, ਬਹੁਤ ਸਾਰੀਆਂ ਹੋਰ ਐਵੀਡੈਂਸ ਆਉਂਦਾ ਵਾ, ਔਰ ਮੈਂ ਬੜਾ ਸੋਚ ਕੇ ਇਹ ਐਵੀਡੈਂਸ ਗਵਰਨਰ ਨੂੰ ਦੇ ਦਿੱਤਾ। ਤਾਂ ਇਹਨਾਂ ਦੀ ਕੋਸ਼ਿਸ਼ ਇਹ ਚੱਲ ਰਹੀ ਹੈ ਕਟਾਰੂ ਚੱਕ ਦੇ ਵੱਲੋਂ ਤੇ ਸਰਕਾਰ ਵੱਲੋਂ ਕਿ ਕੇਸ਼ਵ ਤੋਂ ਦਬਾ ਕੇ ਇਹ ਲਵੋ ਕਿ ਇਹ ਸਾਰਾ ਕੰਮ ਜਿਹੜਾ ਵਾ ਖਹਿਰੇ ਨੇ ਸਾਡੇ ਤੋਂ ਕਰਾਇਆ, ਜ਼ਬਰਦਸਤੀ ਕਰਵਾਇਆ ਤੇ ਪਰਚਾ ਦਰਜ ਕਰੋ ਸਾਡੇ ਤੇ। ਜਦ ਕਿ ਕਟਾਰੂ ਚੱਕ ਮੇਰਾ ਖਿਆਲ ਹੈ ਕਿ ਦਿੱਲੀ ਰਿਹਾ ਵਾ, ਉਸਨੇ SC ਕਮਿਸ਼ਨ ਨੂੰ ਆਪ ਚੱਲ ਕੇ ਜਾ ਕੇ ਔਨ ਕੈਮਰਾ ਕੰਪਲੇਂਟਸ ਦਿੱਤੀਆਂ ਨੇ। ਉਸ ਕੇਸ਼ਵ ਨੇ TV ਚੈਨਲਾਂ ਦੇ ਉੱਤੇ ਇੰਟਰਵਿਊਆਂ ਦਿੱਤੀਆਂ ਨੇ, ਉਹਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਈਆਂ ਨੇ। ਉਸਨੇ ਚਿੱਠੀ ਲਿਖੀ ਹੈ SIT ਨੂੰ ਕਿ ਮੇਰੇ ਬਿਆਨ ਤੁਸੀਂ ਆਨਲਾਈਨ ਲੈ ਲਓ ਜਾਂ ਮੈਨੂੰ SC ਕਮਿਸ਼ਨ ਜਾਣ ਕੇ ਮੇਰੇ ਬਿਆਨ ਲੈ ਲਓ। ਜਦ ਫਿਰ ਇਹਨਾਂ ਨੇ 60 ਦਿਨ 2 ਮਹੀਨੇ ਦਾ ਮੌਕਾ ਦਿੱਤਾ, ਉਸ ਕੰਮ ਕਰ ਗਿਆ। ਬਟ ਫਿਰ ਮੈਂ ਕਹਿਣਾ ਚਾਹੁੰਦਾ ਕਿ ਕੇਸ਼ਵ ਦੇ ਪਿੱਛੇ ਹਟਣ ਨਾਲ ਇਹ ਮੁੱਦਾ ਨਹੀਂ ਉਹ ਮੁੱਕਦਾ। ਪਰ ਵੱਡੀ ਗੱਲ ਇਹ ਹੈ, ਤੁਹਾਨੂੰ ਲੱਗਦਾ ਕਿ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਬੈਠੀ ਆ, ਸੁਖਪਾਲ ਖਹਿਰਾ ਨੇ ਜਿੰਨੀ ਸ਼ਿੱਦਤ ਨਾਲ ਇਸ ਮੁੱਦੇ ਨੂੰ ਉਭਾਰਿਆ ਸੀ, ਚੱਕਿਆ ਸੀ, ਔਰ ਪੱਕੇ ਪੈਰੀ ਕਿ ਸਿੱਧਾ ਗਵਰਨਰ ਦੇ ਕੋਲ ਅਪਰੋਚ, ਇੰਜ ਨਹੀਂ ਆ ਕਿ ਹਲਕੇ ਪੱਧਰ ਤੇ ਜਾ ਕੇ ਉਹਨੂੰ ਜਨਤਕ ਕਰ ਦਿੱਤਾ ਜਾਵੇ ਵੀਡੀਓ ਨੂੰ ਕਿ ਇਹਦੇ ਨਾਲ ਆਪੇ ਹੀ ਬਦਨਾਮੀ ਹੋਏਗੀ। ਉਹ ਬੜੇ ਪੱਕੇ ਪੈਰੀ ਚੀਜ਼ਾਂ ਕੀਤੀਆਂ। ਉਹ ਹੁਣ ਤੁਹਾਨੂੰ ਮੈਨੂੰ ਲੱਗਦਾ ਕਿ ਰਾਸ ਵੀ ਆ ਰਹੀਆਂ। ਜੇ ਤੁਸੀਂ ਗਵਰਨਰ ਕੋਲ ਨਾ ਜਾਂਦੇ, ਅੱਜ IT ਐਕਟ ਦੇ ਤਹਿਤ ਤੁਹਾਡੇ ਤੇ ਵੀ ਪਰਚਾ ਹੋਇਆ ਹੋਣਾ ਸੀ ਜਾਂ ਉਦੋਂ ਹੀ ਹੋ ਜਾਂਦਾ। ਤੇ ਵਿਰੋਧੀ ਧਿਰ ਨੇ ਜਾਂ ਕਾਂਗਰਸ ਪਾਰਟੀ ਨੇ ਉਹਨਾਂ ਸ਼ਿੱਦਤ ਨਾਲ ਤੁਹਾਡਾ ਸਾਥ ਨਹੀਂ ਦਿੱਤਾ ਇਸ ਮੁੱਦੇ ਤੇ ਜਿੰਨਾ ਦੇਣਾ ਚਾਹੀਦਾ ਸੀ। ਦੇਖੋ ਗੱਲ ਇਹ ਆ ਕਿ ਹਰ ਇੱਕ ਦਾ ਨਾ ਆਪਣਾ ਆਪਣਾ ਥਾਟ ਪ੍ਰੋਸੈਸ ਹੁੰਦਾ। ਸਾਡੀ ਪਾਰਟੀ ਦੇ ਵਿੱਚ ਜਿਹੜੇ ਬੈਠੇ ਨੇ ਆਗੂ ਸਾਹਿਬਾਨ, ਹਰ ਇੱਕ ਨੂੰ ਹੋ ਸਕਦਾ ਉਹਨਾਂ ਦਾ ਸੋਚਣ ਦਾ ਨਜ਼ਰੀਆ ਅਲੱਗ ਆ। ਮੇਰਾ ਪੁਆਇੰਟ ਬਲੈਂਕ ਨਜ਼ਰੀਆ ਅਲੱਗ ਆ, ਸਟ੍ਰੇਟ, ਕਿ ਜਦੋਂ ਕਿਸੇ ਨਾਲ ਵੀ ਬੇਇਨਸਾਫੀ ਹੁੰਦੀ, ਮੈਨੂੰ ਕੋਈ ਕਹਿਣ ਥੋੜ੍ਹਾ ਆਉਂਦਾ। ਮੈਨੂੰ ਹੁਣ ਜਿਹੜਾ ਮੋਗੇ ਜਗਰਾਉਂ ਦੇ ਵਿੱਚ ਕਬਜ਼ਾ ਕੀਤਾ ਉਹਦੀ ਕੋਠੀ ਤੇ NRI ਦੀ ਤੇ ਅਮਰਜੀਤ ਕੌਰ ਦੇ, ਉਹ ਮੈਨੂੰ ਕਹਿਣ ਥੋੜ੍ਹਾ ਆਏ ਨੇ। ਆਈ ਵਿਲ ਹੈਲਪ them ਬਿਕੋਜ਼ ਸਾਡਾ ਓਪੋਜੀਸ਼ਨ ਵਿੱਚ ਰੋਲ ਕੀ, ਇਕੱਲਾ ਓਪੋਜੀਸ਼ਨ 'ਚ ਨਹੀਂ, ਐਜ਼ ਇਲੈਕਟਿਡ ਰਿਪਰੈਜ਼ੈਂਟੇਟਿਵ ਸਾਡਾ ਰੋਲ ਕੀ ਆ। ਔਰ ਥੋੜ੍ਹਾ ਜਿਹਾ ਮੈਂ ਮਹਿਸੂਸ ਕੀਤਾ ਕਿ ਮੇਰੀ ਪਾਰਟੀ ਨੇ ਇਹਦੇ 'ਚ ਜਿੰਨਾ ਵੱਡਾ ਮੁੱਦਾ ਸੀ ਉਹਦੇ ਤੇ ਘੱਟ ਮਦਦ ਕੀਤੀ। ਲੇਕਿਨ ਇਹਦੇ ਕਹਿਣ ਦੇ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਇਸ਼ੂ ਨੂੰ ਉਠਾਇਆ ਵੀ ਆ। ਉਹ ਗਵਰਨਰ ਕੋਲ ਵੀ ਗਏ ਨੇ, ਉਹਨਾਂ ਨੇ ਬਾਹਰ ਮੀਡੀਆ ਦੇ, ਦੇਖੋ ਹੁਣ ਅੱਜ ਦੇ ਯੁੱਗ ਵਿੱਚ ਅਸੀਂ ਕੋਈ ਹੁਣ ਕੱਪੜੇ ਲਾ ਕੇ ਤੇ ਮਤਲਬ ਥੱਪੜੋ ਥੱਪੜੀ ਤਾਂ ਹੋ ਨਹੀਂ ਸਕਦੇ। ਅਸੀਂ ਕਾਨੂੰਨ ਅਨੁਸਾਰ ਹੀ ਲੜਾਈ ਲੜਨੀ ਨਾ। ਔਰ ਜਿਹੜਾ ਤੁਸੀਂ ਮੈਨੂੰ ਕਿਹਾ ਕਿ ਮੇਰੇ ਤੇ, ਮੈਂ ਫਿਰ ਦੁਬਾਰਾ ਰਿਪੀਟ ਕਰਦਾ ਕਿ ਕੇਸ਼ਵ ਦੇ ਪਿੱਛੇ ਹਟਣ ਨਾਲ ਕ੍ਰਾਈਮ ਖਤਮ ਨਹੀਂ ਹੋਇਆ। ਫਰਜ਼ ਕਰੋ ਇੱਕ ਕਤਲ ਕੀਤਾ ਇੱਕ ਆਦਮੀ ਨੇ, ਅਮਨ ਨੇ ਮਾਰਿਆ ਆਪਣੇ ਨੂੰ, ਰਾਜੂ ਨੂੰ, ਠੀਕ ਹੈ, ਰਾਜੂ ਦੀ ਮੌਤ ਹੋ ਗਈ ਤੇ ਬਾਅਦ ਵਿੱਚ ਅਮਨ ਦਾ ਪਰਿਵਾਰ ਰਾਜੂ ਦੇ ਪਰਿਵਾਰ ਨੂੰ ਪੈਸੇ ਦੇ ਲੈਂਦਾ ਜਾਂ ਦਬਾ ਲੈਂਦਾ ਵਾ, ਤੇ ਉਹ ਆਣ ਕੇ ਅਦਾਲਤ ਵਿੱਚ ਕਹਿੰਦਾ ਜੀ ਕਿ ਮੈਂ ਆਪਣੀ ਕੰਪਲੇਂਟ ਵਾਪਸ ਲੈ ਲਈ। ਕੀ ਕਤਲ ਖਤਮ ਹੋ ਜਾਊਗਾ? ਇਟਸ ਅ ਕ੍ਰਾਈਮ ਅਗੇਂਸਟ ਦ ਸਟੇਟ। ਆਵਾਜ਼ ਫਿਰ ਪੈਂਦੀ ਆ ਸਟੇਟ ਬਨਾਮ ਕਟਾਰੂ ਚੱਕ। ਸੋ ਇਹ ਆਵਾਜ਼ ਬਰਕਰਾਰ ਰਹੇਗੀ। ਇਹ ਔਰ ਤੁਸੀਂ ਮੈਨੂੰ ਕਿਹਾ ਕਿ ਮੈਂ ਬੜੇ ਧਿਆਨ ਨਾਲ
ਇਹਦੇ ਬਾਵਜੂਦ ਵੀ 2 FIR ਦਰਜ ਕੀਤੀਆਂ ਮੇਰੇ ਤੇ ਸਰਕਾਰ ਨੇ। ਪਹਿਲੀ ਮਈ ਨੂੰ ਮਿਲਦਾ ਮੈਂ ਗਵਰਨਰ ਨੂੰ ਜੀ, 2 ਤਰੀਕ ਨੂੰ ਇੱਕ SDM ਕੋਲੋਂ ਫਰਜ਼ੀ ਸ਼ਿਕਾਇਤ ਲੈ ਕੇ ਮੇਰੇ ਤੇ ਮੁਕੱਦਮਾ ਦਰਜ ਕਰ ਦਿੰਦੇ ਆ। ਉਹਦੇ 'ਚ ਮੈਨੂੰ ਕਪੂਰਥਲਾ ਦੀ ਸੈਸ਼ਨ ਕੋਰਟ ਮੈਨੂੰ ਬੇਲ ਦੇ ਦਿੰਦੀ ਹੈ। ਫਿਰ 12 ਤਰੀਕ ਨੂੰ ਮੈਂ ਜਦੋਂ ਜੁਆਇਨ ਕਰਨੀ ਇਨਵੈਸਟੀਗੇਸ਼ਨ ਪਹਿਲੀ FIR 'ਚ, ਮੈਨੂੰ ਪਤਾ ਲੱਗਦਾ 11 ਤਰੀਕ ਰਾਤ 1:40 ਤੇ ਮੇਰੇ ਖਿਲਾਫ ਦੂਜੀ FIR ਦਰਜ ਹੋ ਜਾਂਦੀ। ਔਰ ਕਿੱਦਾਂ ਦਰਜ ਹੁੰਦੀ ਆ? 51 ਸਾਲ ਮੇਰੀ ਆਪਣੀ ਜ਼ਮੀਨ ਫੈਮਿਲੀ ਲੈਣ ਦਾ, 51 ਸਾਲ, ਜਦੋਂ ਮੇਰੀ ਉਮਰ 6-7 ਸਾਲ ਸੀਗੀ, ਉਹ ਰਿਕਾਰਡ ਕੱਢ ਕੇ ਜਿਹੜਾ ਮੇਰੇ ਖਿਲਾਫ ਲੜਿਆ, ਇਲੈਕਸ਼ਨ ਲੜਿਆ, ਜਿਹਦੀ ਜ਼ਮਾਨਤ ਜ਼ਬਤ ਹੋਈ ਬੋਕਰ ਦੀ, ਉਹਦੇ ਕੋਲ ਕੰਪਲੇਂਟ ਲੈ ਕੇ ਮੇਰੇ ਤੇ ਪਰਚਾ ਦਰਜ ਕਰਨ ਦੇ, ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹ ਦੂਜਾ ਵੀ ਮੇਰਾ ਨੇ ਸੈਸ਼ਨ ਕੋਰਟ ਨੇ ਸਟੇ ਕਰਤਾ। ਸੋ ਮੈਨੂੰ ਪਤਾ ਵਾ ਕਿ ਇਹ ਹੋ ਸਕਦਾ ਹੁਣ ਕੇਸ਼ਵ ਕੋਲੋਂ ਝੂਠ ਸੱਚ ਬੁਲਵਾ ਕੇ ਮੇਰੇ ਖਿਲਾਫ ਵੀ ਬਿਆਨ ਦੇ। ਆਈ ਐਮ ਪ੍ਰੀਪੇਅਰਡ ਫॉर ਅ ਫਾਈਟ। ਔਰ ਇਹ ਫਾਈਟ ਜਿਹੜੀ ਆ ਨਾ ਮੇਰੀ, ਇਹ ਅੱਜ ਦੀ ਨਹੀਂ ਗੀ। ਭਗਵੰਤ ਮਾਨ ਨੂੰ ਸ਼ਾਇਦ ਉਹ ਚੰਗੀ ਤਰ੍ਹਾਂ ਮੈਨੂੰ ਦੇਖ ਨਹੀਂ ਰਿਹਾ ਹੈਗਾ, ਜਾਂ ਉਹਦੇ ਨਾਲ ਮੈਂ ਕੰਮ ਵੀ ਕੀਤਾ। ਮੇਰੀ ਫਾਈਟ ਹੈਗੀ 25 ਸਾਲ ਦੀ। ਇਟਸ ਅ ਟਰੈਕ ਰਿਕਾਰਡ, ਮਤਲਬ starting from Bibi Jagir Kaur to Rana Gurjeet to Kataru Chak, this fight will continue. ਅੱਛਾ, ਤੁਸੀਂ ਹੁਣ ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਦਾ ਜ਼ਿਕਰ ਛੇੜ ਦਿੱਤਾ। ਵੈਸੇ ਕਹਿਣ ਨੂੰ ਤਾਂ ਇਹ ਵੀ ਦਾਅਵਾ ਕੀਤਾ ਜਾਂਦਾ ਕਿ ਕੱਟੜ ਇਮਾਨਦਾਰ ਸਰਕਾਰ ਆ, ਪਰ ਪਿਛਲੇ ਕੁਝ ਸਮੇਂ ਤੋਂ ਇੱਕ ਦੂਜਾ ਤੀਜਾ ਚੌਥਾ ਕੋਈ ਨਾ ਕੋਈ MLA, ਕੋਈ ਨਾ ਕੋਈ ਮੰਤਰੀ ਇਸ ਤਰੀਕੇ ਨਾਲ ਉੱਭਰ ਕੇ ਸਾਹਮਣੇ ਆ ਰਿਹਾ, ਕਿਸੇ ਦਾ ਕਿਸੇ ਮਾਮਲੇ 'ਚ ਨਾਮ ਆ ਰਿਹਾ, ਕਿਸੇ ਦਾ ਕਿਸੇ ਮਾਮਲੇ 'ਚ। ਤੁਸੀਂ ਕਹਿੰਦੇ ਕਿ ਉਸ NRI ਔਰਤ ਦੇ ਪੱਖ ਦੇ ਵਿੱਚ ਤੁਸੀਂ ਖੜਨ ਨੂੰ ਤਿਆਰ ਹੋ। ਔਰ ਸਰਬਜੀਤ ਕੌਰ ਮਾਣੂਕੇ ਹੋਰਾਂ ਦਾ ਇਹ ਦਾਅਵਾ ਹੈ ਕਿ ਇਹ ਵਿਰੋਧੀਆਂ ਦੀ ਮੇਰੇ ਖਿਲਾਫ ਸਾਜ਼ਿਸ਼ ਹੈ। ਇਹ ਤਾਂ 2 ਜਿਹੜੇ ਮਾਲਕ ਹੈਗੇ ਨੇ ਕੋਠੀ ਦੇ, ਤੇ ਜਿਹੜਾ ਵੀ ਉਹ ਕਹਿੰਦੇ ਪੁਲਿਸ ਜਾਂਚ ਕਰਵਾਓ, ਜਿਹੜਾ ਵੀ ਸੱਚ ਹੋ ਜਾਏਗਾ, ਜਿਹੜਾ ਮਾਲਕ ਹੋਏਗਾ, ਮੈਂ ਚਾਬੀਆਂ ਉਹਨੂੰ ਸੌਂਪ ਦਾਂਗੀ। ਇਹ ਮਸਲਾ ਜਿਹੜਾ ਪਤਾ ਕੀ ਹੈ, ਇਹਦੇ ਤੇ ਕਹਾਵਤ ਇੱਕ ਢੁੱਕਦੀ ਆ ਕਿ ਚੌਕੀਦਾਰੀ ਚੋਰ ਨਿਕਲਿਆ। ਪੰਜਾਬ ਦੇ ਲੋਕਾਂ ਨੇ ਤਾਂ ਚੌਕੀਦਾਰ ਬਣਾਏ ਸੀ 92, ਇਹੀ ਚੋਰ ਨਿਕਲੇ ਨੇ। ਜਿਹੜਾ ਸਰਬਜੀਤ ਦਾ ਇਹ ਮਾਣੂਕੇ ਦਾ ਜਿਹੜਾ ਕਬਜ਼ਾ ਵਾ, ਇਹ ਨਿਰਾਈ ਚੋਰੀ ਆ। ਦੇਖੋ, ਉਹ NRI ਇੱਕ 75-80 ਸਾਲ ਦੀ ਬੀਬੀ ਅਮਰਜੀਤ ਕੌਰ ਪਬਲਿਕ 'ਚ ਆਣ ਕੇ ਆਪਣੇ ਸਾਰੇ ਡਾਕੂਮੈਂਟ ਦਿਖਾ ਰਹੀ ਆ, ਕਾਗਜ਼ ਦਿਖਾ ਰਹੀ ਆ, ਮਲਕੀਅਤ ਦਿਖਾ ਰਹੀ ਆ। ਉਹ ਕਮਲੇ ਨੇ ਕਿ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਤੋਂ ਚੱਲ ਕੇ ਪਰਿਵਾਰ, ਉਹ ਆਪਣੀ ਉਹਦੀ ਨੂੰਹ ਨਾਲ, ਕੁਲਦੀਪ ਕੌਰ ਧਾਲੀਵਾਲ, ਤੇ ਉਹ ਦਰ ਧੱਕੇ ਖਾ ਰਹੇ ਨੇ SSP ਦੇ, ਕਦੀ DC ਦੇ, ਕਦੀ ਭਗਵੰਤ ਮਾਨ ਦੇ ਦਫ਼ਤਰ ਦੇ। ਕਮਲੇ ਨੇ, ਉਹਨਾਂ ਨੂੰ ਕੀ ਲੋੜ ਹੈਗੀ ਆ? ਇਹ ਪ੍ਰਾਪਰਟੀ 100% ਉਹਨਾਂ ਦੀ ਹੈ। ਜਿਹੜੀ ਮਾਣੂਕੇ ਕਹਿੰਦੀ ਆ ਕਿ ਕਿਸੇ ਕਰਮ ਸਿੰਘ ਕੋਲੋਂ ਮੈਂ ਲਿਖਾਈ ਆ ਇਹਦੀ ਆਪਣਾ ਕਿਰਾਇਆਨਾਮਾ, ਉਹ ਸਰਾਸਰ ਝੂਠਾ। ਕਰਮ ਸਿੰਘ ਕਿੱਥੇ ਆ? ਉਹ 10 ਦਿਨਾਂ ਦੇ ਤੁਰੇ ਫਿਰਦੇ ਨੇ, ਧੱਕੇ ਖਾਂਦੇ। ਕਰਮ ਸਿੰਘ ਜੇ ਮਾਲਕ ਹੁੰਦਾ ਤਾਂ ਕੈਮਰੇ ਮੋਰੇ ਨਾ ਆਉਂਦਾ। ਔਰ ਦੂਜੀ ਗੱਲ ਹੈ ਕਿ ਜਿਹੜੀ ਸਟੇਟ ਹੈ ਨਾ, ਉਹ ਹੁਣ ਇਹਦਾ ਭਗਵੰਤ ਮਾਨ ਉਹ ਕਬਜ਼ੇ ਨੂੰ ਫੈਸਿਲਿਟੇਟ ਕਰ ਰਿਹਾ ਵਾ। ਭਗਵੰਤ ਮਾਨ ਇਸ ਤਰ੍ਹਾਂ ਨਾਲ ਕਰਕੇ, ਕਿਉਂਕਿ ਮੇਰੀ SSP ਨਾਲ ਗੱਲ ਹੋਈ, ਉੱਥੇ ਨਵਨੀਤ ਬੈਂਸ ਲੱਗਿਆ ਹੋਇਆ, ਉਹਨੂੰ ਮੈਂ ਕਾਲ ਕੀਤੀ, ਸਰ ਅਸੀਂ ਵੈਰੀਫਾਈ ਕਰ ਰਹੇ ਹਾਂ ਟਾਈਟਲ। ਫਿਰ ਮੈਂ SP ਜਿਹੜਾ ਕੰਸਰਨ ਸੀ ਹਰਿੰਦਰ ਪਰਮਾਰ, ਮੈਂ ਉਹਨੂੰ ਕਾਲ ਕੀਤੀ, ਸਰ ਅਸੀਂ ਵੈਰੀਫਾਈ ਕਰ ਰਹੇ ਹਾਂ। ਮੈਂ DSP ਨੂੰ ਥੱਲੇ ਕਹਿ ਦਿੱਤਾ, ਉਹਨੇ ਥੱਲੇ ਕਹਿ ਦਿੱਤਾ, ਉਹਨੇ ਥੱਲੇ ਹੋਰ ਕਹਿ ਦਿੱਤਾ। ਤੁਸੀਂ ਮੈਨੂੰ ਦੱਸੋ, ਟਾਈਟਲ ਵੈਰੀਫਾਈ ਕਰਨ ਨੂੰ ਇੰਨੀ ਦੇਰ ਲੱਗਦੀ? ਜਗਰਾਉਂ ਡਿਸਟ੍ਰਿਕਟ ਹੈਡਕੁਆਟਰ ਆ, ਐਵਰੀਥਿੰਗ ਇਜ਼ ਡਿਜੀਟਲ, ਵਿਦਿਨ 5 ਮਿੰਟਸ। ਤੁਸੀਂ ਮੈਨੂੰ ਦੱਸੋ, ਮੇਰਾ ਟਾਈਟਲ ਤਾਂ ਇੱਕ ਰਾਤ ਨੂੰ 1:40 ਤੇ ਅੱਧ ਰਾਤ ਵਿੱਚ FIR ਦਰਜ ਕਰਦੇ, ਟਾਈਟਲ ਲੱਭ ਕੇ, 51 ਸਾਲ ਪੁਰਾਣਾ। ਸੋ ਇਹ ਸਾਰਾ ਕੀ ਹੋ ਰਿਹਾ? ਇਹ ਹੁਣ ਤਰੀਕਾ ਇਹਨਾਂ ਦਾ, ਨਵੇਂ ਬੌਕਰ ਪਾਰਟੀ ਦਾ। ਇਹ ਇੱਕ ਰਾਹ ਖੋਲ੍ਹ ਰਹੇ ਨੇ ਆਪਣੀ ਪਾਰਟੀ ਦੇ ਲੋਕਾਂ ਨੂੰ, ਕਿਉਂਕਿ ਬੇਸਿਕਲੀ ਮੇਰੇ ਹਿਸਾਬ ਦੇ ਨਾਲ ਇਹ ਸਾਰੇ ਜਿਹੜੇ ਆਏ ਨੇ ਪੈਸੇ ਇਕੱਠੇ ਕਰਨ ਲਈ ਆਏ, ਹੁਣ ਸਾਬਤ ਹੋ ਰਿਹਾ ਸਾਰਾ। ਕਿਉਂਕਿ ਸਾਡਾ ਚੌਥਾ ਹਿੱਸਾ ਪੰਜਾਬ NRI। ਜੇ ਇਸ ਅਮਰਜੀਤ ਕੌਰ ਦੀ ਪ੍ਰਾਪਰਟੀ ਕੋਠੀ ਨਾ ਬਚੀ, ਤੇ ਕਿਸੇ ਇੱਕ NRI ਦੀ ਵੀ ਕੋਠੀ ਨਹੀਂ ਬਚਣੀ ਪੰਜਾਬ ਦੇ ਵਿੱਚ। 1 ਕਿੱਲਾ ਜ਼ਮੀਨ ਨਹੀਂ ਉਹਨਾਂ ਦੀ ਬਚਣੀ, ਕਿਉਂਕਿ ਬੈਠੇ ਨੇ ਸਾਡੇ ਬੌਕਰ ਪਾਰਟੀ ਵਾਲੇ ਚੋਰ, ਜਿਹੜੇ ਚੌਕੀਦਾਰ ਨੇ। ਇਹਨਾਂ ਨੇ ਸਾਰੀਆਂ ਆਇਡੈਂਟੀਫਾਈ ਕੀਤੀਆਂ ਹੋਣੀਆਂ ਵਾ। ਇਹਨਾਂ ਨੇ ਦੇਖਿਆ ਕਿ ਭਗਵੰਤ ਮਾਨ ਖੜ ਗਿਆ ਕਾਬਜ਼ ਦੇ ਨਾਲ, ਨਜਾਇਜ਼ ਕਾਬਜ਼ ਨਾਲ, ਤੇ ਹੁਣ ਅਸੀਂ ਵੀ ਚੱਕ ਦਿੰਦੇ ਫੱਟੇ। ਆਉਣਗੀਆਂ ਰਿਪੋਰਟਾਂ। ਆਲਰੇਡੀ ਇੱਕ ਤਰਨਤਾਰਨ ਖਡੂਰ ਸਾਹਿਬ ਦੇ MLA ਦੇ ਸਾਲੇ ਨੇ ਕੋਈ ਜ਼ਮੀਨ ਕਬਜ਼ਾ ਕੀਤਾ ਵਾ। ਇਹ ਖਬਰਾਂ ਆਉਣਗੀਆਂ। ਔਰ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਹੁਣ ਇਹ ਕੋਸ਼ਿਸ਼ ਕਰ ਰਹੀ ਆ, ਸਾਰੀ ਐਡਮਿਨਿਸਟ੍ਰੇਸ਼ਨ, ਭਗਵੰਤ ਮਾਨ, ਅਮਲਾ, ਕਿ ਕਿਸੇ ਤਰੀਕੇ ਨਾਲ ਅਮਰਜੀਤ ਕੌਰ ਨੂੰ ਥਕਾ ਦਿਓ। ਉਹ ਵਿਚਾਰੇ ਬਾਹਰੋਂ ਆਏ ਨੇ, ਉਹਨਾਂ ਨੇ ਕਿੰਨੀ ਦੇਰ ਰਹਿ ਲੈਣਗੇ ਇੱਥੇ? ਮਹੀਨਾ, 2, 3, 4 ਮਹੀਨੇ। ਉਹ ਕਹਿਣਗੇ ਚੰਗਾ ਐਂ ਕਰੋ, ਵਿੱਚ ਪੈ ਜਾਣਗੇ ਅਫਸਰ ਕਿ ਤੁਹਾਡਾ ਨਾ ਐਂ ਕਰਦੇ, ਸਮਝੌਤਾ ਕਰਾ ਦੇਣੇ ਬੀਬੀ ਨਾਲ, ਤੁਸੀਂ ਕੋਠੀ ਇਹਨਾਂ ਨੂੰ 25 ਆਨੇ ਦੇ ਜਾਓ, ਚੌਥੀ ਕੀਮਤ ਤੇ ਦੇ ਦਿਓ, ਤੁਹਾਡੀ ਤਾਂ ਮਿਲਣੀ ਨਹੀਂ ਗੀ ਇਹ ਕੋਠੀ। ਤਾਂ ਹੁਣ ਸਰਬਜੀਤ ਕੌਰ ਨੇ ਛੱਡਣੀ ਨਹੀਂ ਗੀ। ਤੁਸੀਂ ਜੋ ਮਿਲਦਾ ਹੈਗਾ ਵਾ, ਉਹ ਕੀ ਕਹਿੰਦੇ ਹੁੰਦੇ, ਜਾਂਦੇ ਚੋਰ ਦੀ ਲੰਗੋਟੀ, ਵੀ ਤੁਸੀਂ ਪੈਸੇ ਇਹ ਐਂਡ ਆਫ ਦ ਡੇ ਮੇਰੇ ਤੋਂ ਪਹਿਲਾਂ ਲਿਖਾ ਲਓ। ਅੱਜ ਤੋਂ ਮਹੀਨੇ 2 ਮਹੀਨੇ ਬਾਅਦ ਉਸ ਪਰਿਵਾਰ ਨੂੰ ਇਹ ਕੋਸ਼ਿਸ਼ ਕਰਨਗੇ ਕਿ ਜਿੰਨੇ ਪੈਸੇ ਤੁਹਾਨੂੰ ਅਸੀਂ ਮਾਰਕੀਟ ਦਾ ਰੇਟ ਲਵਾ ਲਾਂਗੇ, ਮੈਨੂੰ ਲੱਗਦਾ 4-5 ਕਰੋੜ ਦੀ ਕੋਠੀ ਆ,
ਹੁਣ ਕਹਿੰਦਾ ਜਿਹੜਾ ਰੁਪਈਆ 25-30 ਲੱਖ ਲੈਣਾ ਤੁਹਾਡਾ ਖਰਚਾ ਆਇਆ ਕੈਨੇਡਾ ਆਉਣ ਤਾਂ ਉਹ ਲੈ ਲਓ ਤੇ ਜਾਓ ਆਪਣੇ ਘਰ ਨੂੰ। ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਪੰਜਾਬ। ਇੰਨੀ ਹਨੇਰਗਰਦੀ ਯਾਰ, ਦੱਸੋ ਮੈਨੂੰ ਕਿਹੜੀ ਸਰਕਾਰ ਨੇ ਇੰਨੀ ਹਨੇਰਗਰਦੀ ਮਚਾਈ ਸੀਗੀ? ਕਿਸੇ ਅਕਾਲੀ ਦਲ ਦੀ ਸਰਕਾਰ ਨੇ, ਕਿਸੇ ਕਾਂਗਰਸ ਦੀ ਸਰਕਾਰ ਨੇ। ਔਰ ਕੇਜਰੀਵਾਲ ਉੱਥੇ ਘੁੰਮ ਰਿਹਾ ਸਾਰੇ ਦੇਸ਼ ਵਿੱਚ ਸਾਡਾ ਜਹਾਜ਼ ਲੈ ਕੇ ਕਿ ਸਾਡੇ ਨਾਲ ਬੜਾ ਅਨਿਆਏ ਹੋਇਆ, ਬੀਜੇਪੀ ਨੇ ਆਰਡੀਨੈਂਸ ਪਾਸ ਕਰ ਦਿਆ, ਬੀਜੇਪੀ ਨੇ ਮੀਡੀਆ ਕੋ ਕੈਪਚਰ ਕਰ ਲਿਆ। ਪੰਜਾਬ 'ਚ ਕੀ ਕਰ ਰਹੇ ਨੇ? ਉਹਦੇ ਨਾਲੋਂ ਜ਼ਿਆਦਾ ਅਨਿਆਏ ਇੱਥੇ ਕਰ ਰਹੇ ਨੇ। ਸਾਰੀ ਜਾਂਚ ਜਿਹੜੀ ਆ ਇਕੱਲੀ ਓਪੋਜੀਸ਼ਨ ਦੇ ਦੁਆਲੇ। ਕਿਸੇ ਵਿਜੀਲੈਂਸ ਨੇ ਫੜਿਆ ਇਹਨਾਂ ਦੇ ਐਮਐਲਏਆਂ ਨੂੰ ਤੇ ਇਹਨਾਂ ਦੇ ਮੰਤਰੀਆਂ ਨੂੰ ਜੋ ਕਰਤੂਤਾਂ ਕਰਦੇ ਨੇ, ਕਟਾਰੂ ਚੱਕ ਹੋਣੀ, ਸਾਰੀ ਓਪੋਜੀਸ਼ਨ ਦੁਆਲੇ। ਤੇ ਜੇ ਬੀਜੇਪੀ ਉੱਥੇ ਸੀਬੀਆਈ ਦੀ ਜਾਂਚ ਕਰਾਉਣੀ ਸ਼ਰਾਬ ਘੁਟਾਲੇ ਦੀ, ਸਿਸੋਡੀਆ ਦੀ ਤੇ ਸਤਿੰਦਰ ਜੈਨ ਦੀ, ਫਿਰ ਕਹਿੰਦੇ ਹਮ ਤੋਂ ਕੱਟੜ ਇਮਾਨਦਾਰ, ਫਿਰ ਧਰਨੇ ਲਾਉਂਦੇ ਉੱਥੇ। ਦੇਖੋ ਦੋ ਗੱਲਾਂ ਨਹੀਂ ਹੋ ਸਕਦੀਆਂ, ਜਾਂ ਤਾਂ ਪੰਜਾਬ ਦੇ ਵਿੱਚ ਵੀ ਬਦਲਾਖੋਰੀ ਆ, ਜੇ ਤੁਸੀਂ ਕਹਿੰਦੇ ਉੱਥੇ ਬਦਲਾਖੋਰੀ ਫਿਰ ਤੁਸੀਂ ਵੀ ਬਦਲਾਖੋਰੀ ਕਰਦੇ ਆ। ਜੇ ਤੁਸੀਂ ਕਹਿੰਦੇ ਕਿ ਉੱਥੇ ਕਰਪਸ਼ਨ ਦੀ ਜਾਂਚ ਸਹੀ ਹੋ ਰਹੀ ਆ ਤੇ ਫਿਰ ਤੁਹਾਡੀ ਵੀ ਸਹੀ ਹੋ ਰਹੀ ਆ। ਇਹ ਸਾਰਾ ਜਿਹੜਾ ਡਬਲ ਸਟੈਂਡਰਡ। ਔਰ ਮੀਡੀਆ ਦੀ ਗੱਲ ਮੈਂ ਕਹਿਣਾ ਚਾਹੁੰਦਾ, ਮੈਨੂੰ ਯਾਦ ਆ ਅਰਵਿੰਦ ਕੇਜਰੀਵਾਲ ਨੇ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਸੀ, ਸ਼ਾਇਦ ਮਿਸਟਰ ਉਹ ਨਾਮ ਭੁੱਲ ਗਿਆ, ਪ੍ਰਾਈਮ ਮਿਨਿਸਟਰ ਦੇ ਮੀਡੀਆ ਐਡਵਾਈਜ਼ਰ ਤੇ ਇਲਜ਼ਾਮ ਲਾਏ ਸੀ ਨਾਮ ਲੈ ਕੇ ਕਿ ਜੀ ਇਸ ਨੇ ਸਾਰਾ ਗੋਦੀ ਮੀਡੀਆ ਕਰ ਦਿੱਤਾ, ਨੈਸ਼ਨਲ ਲੈਵਲ ਤੇ ਸਾਰੇ ਟੀਵੀ ਖਰੀਦ ਲਏ ਨੇ, ਸਾਰੇ ਨਿਊਜ਼ਪੇਪਰ ਖਰੀਦ ਲਏ ਨੇ। ਤੇ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ? ਸਾਰਾ ਮੀਡੀਆ ਟੋਟਲ, ਜਿਹੜਾ ਮੀਡੀਆ ਮਾੜੀ ਜੀ ਗੱਲ ਸਾਡੀ ਕੋਲ ਦਿਖਾ ਦੂਗਾ ਚੱਲ ਬੈਨ, ਚੱਲ ਟਵਿੱਟਰ ਹੈਂਡਲ ਸਸਪੈਂਡ। ਸਾਰੀਆਂ ਅਖਬਾਰਾਂ ਇਹਨਾਂ ਨੇ ਚੰਡੀਗੜ੍ਹੋਂ ਲਿਖ ਕੇ ਭੇਜਦੇ ਨੇ, ਇਹਨਾਂ ਦੇ ਜਿਹੜੇ ਡਾਇਰੈਕਟਰ ਪਬਲਿਕ ਰਿਲੇਸ਼ਨ ਆ, ਖਬਰਾਂ ਉਹ ਬਣਾ ਰਹੇ ਨੇ, ਸਿਰਫ ਛਾਪਦੇ ਵਿਚਾਰੇ ਅਖਬਾਰਾਂ ਵਾਲੇ ਨੇ। ਤੇ ਜਿਹੜੀ ਅਖਬਾਰ ਨਹੀਂ ਛਾਪਦੀ, ਅਜੀਤ ਵਾਲੇ ਬਰਜਿੰਦਰ ਸਿੰਘ ਹਮਦਰਦ, ਇਹਨਾਂ ਦੇ ਨਵੰਬਰ 'ਚ ਇਸ਼ਤਿਹਾਰ ਬੰਦ ਕਰਤੇ ਸੀਗੇ। ਜਦੋਂ ਫੇਰ ਵੀ ਨਹੀਂ ਮੰਨੇ, ਫਿਰ ਵਿਜੀਲੈਂਸ ਦਾ ਇਹਨਾਂ ਦੇ ਕੀਤਾ। ਇਹ ਵਿਜੀਲੈਂਸ ਦਾ ਇੱਕ ਬਹਾਨਾ ਵਾ, ਉਹਦੀ ਜਦ ਤਹਿਕੀਕਾਤ ਦਾ। ਅਸਲ 'ਚ ਅਜੀਤ ਨੂੰ ਆਮ ਆਦਮੀ ਬੌਕਰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ, ਜਿਹੜੀ ਕਿ ਉਹ ਚੱਲਣ ਨਹੀਂ ਦੇ ਰਹੇ। ਖਹਿਰਾ ਸਾਹਿਬ, ਇੱਕ ਬੜੀ ਮਹੱਤਵਪੂਰਨ ਗੱਲ ਹੈ, ਕਿਉਂਕਿ ਇਹ ਪੋਲਿਟਿਕਸ ਆਪਣੇ ਤਰੀਕੇ ਨਾਲ ਚੱਲਦੀ ਹੈ। ਜਿਹੜੀ ਪਾਰਟੀ ਨੂੰ ਜਿਹੜਾ ਮੁੱਦਾ, ਜਿਹੜਾ ਇਸ਼ੂ ਸੂਟ ਕਰਦਾ, ਉਹਨੂੰ ਜ਼ੋਰ ਸ਼ੋਰ ਨਾਲ ਚੁੱਕਦੀ ਹੈ। ਮੀਡੀਆ ਦਾ ਮੁੱਦਾ ਵੀ ਇੱਕ ਵੱਡੇ ਮੀਡੀਆ ਅਦਾਰੇ ਲਈ, ਉਹ ਪਾਰਟੀਆਂ ਵੀ ਇੱਕ ਮੰਚ ਤੇ ਆਣ ਕੇ ਬੈਠ ਜਾਂਦੀਆਂ ਜਿਹੜੇ ਚਿਹਰੇ ਇੱਕ ਦੂਜੇ ਨੂੰ ਦੇਖਣਾ ਤੱਕ ਨਹੀਂ ਪਸੰਦ ਕਰਦੇ। ਬੜਾ ਕੁਝ ਉੱਥੇ ਹੋਇਆ, ਬੜੀ ਚਰਚਾ, ਆਪਾਂ ਉਸ ਚਰਚਾ 'ਚ ਨਹੀਂ ਜਾਣਾ। ਪਰ ਜਦੋਂ ਲੋਕਾਂ ਦੇ ਮੁੱਦੇ ਆਉਂਦੇ ਆ, ਕਿਤੇ ਵੀ ਵਿਰੋਧੀ ਧਿਰ ਖੜਦੀ, ਲੜਦੀ, ਅੜਦੀ ਨਜ਼ਰ ਨਹੀਂ ਆਉਂਦੀ। ਆ ਪੈਟਰੋਲ ਦੀਆਂ, ਡੀਜ਼ਲ ਦੀਆਂ ਕੀਮਤਾਂ ਵਧਾਈਆਂ, ਦੱਸੋ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਹੈਗੀ ਆ, ਤੁਸੀਂ ਉਸ ਪਾਰਟੀ ਦੇ ਵਿਧਾਇਕ ਹੈਗੇ ਹੋ, ਕਿੱਥੇ ਸੜਕਾਂ ਤੇ ਉਤਰੀ ਹੈ ਕਾਂਗਰਸ? ਕੀ ਸਿਰਫ ਟਵਿੱਟਰ ਦੇ ਉੱਤੇ ਲਿਖ ਦੇਣਾ ਕਿ ਇਹ ਇਤਰਾਜ਼ ਹੈ ਉਹ ਕਾਫੀ ਹੈ? ਉਹ ਸੜਕਾਂ ਤੇ ਉਤਰਨ ਵਾਲੀ ਸਿਆਸਤ ਤਾਂ ਗੁੰਮ ਹੋ ਗਈ ਹੈ। ਓਕੇ, ਟੂ ਸਮ ਐਕਸਟੈਂਟ ਮੈਂ ਤੁਹਾਡੇ ਨਾਲ ਐਗਰੀ ਕਰਦਾ। ਜਿਹੜਾ ਬਰਜਿੰਦਰ ਸਿੰਘ ਦੇ ਉੱਥੇ ਇਕੱਠੇ ਹੋਏ ਨੇ, ਉਹ ਵੀ ਇੱਕ ਬੜਾ ਇੰਪੋਰਟੈਂਟ ਇਸ਼ੂ ਆ। ਦੈਟ ਇਜ਼ ਅਟੈਕ ਔਨ ਦ ਫਰੀडम ਆਫ ਪ੍ਰੈਸ। ਜੇ ਪ੍ਰੈਸ ਹੀ ਨਾ ਬਚੀ, ਜਿਹਨੂੰ ਆਪਾਂ ਚੌਥਾ ਪਿਲਰ ਕਹਿੰਦੇ ਆ, ਤੇ ਫਿਰ ਕਿੱਦਾਂ ਬਚੂਗੀ ਜਮਹੂਰੀਅਤ ਪੰਜਾਬ ਦੇ ਵਿੱਚ? ਉਹ ਵੀ ਇੰਪੋਰਟੈਂਟ ਸੀ, ਲੇਕਿਨ ਜਿਹੜੇ ਇਸ਼ੂ ਤੁਸੀਂ ਮੈਂਸ਼ਨ ਕੀਤੇ ਇਹ ਵੀ ਬੜੇ ਇੰਪੋਰਟੈਂਟ ਨੇ। ਠੀਕ ਹੈ, ਇਹ ਸਾਡੀ ਜ਼ਿੰਮੇਵਾਰੀ ਆ ਜਦੋਂ ਕਿਤੇ ਹੁੰਦਾ ਕੋਈ ਇਸ ਤਰ੍ਹਾਂ ਦਾ ਗਲਤ ਫੈਸਲਾ ਕਰਦੀ ਆ। ਪਰ ਹੁਣ ਸਵਾਲ ਹੈ ਕਿ ਮੈਂ ਫਿਰ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਸਰਕਾਰ ਢੀਠ ਹੀ ਨਹੀਂ ਆ? ਜਿਹੜੀ ਕਟਾਰੂ ਚੱਕ ਦੀ ਸਾਹਮਣੇ ਫਿਲਮ ਨਹੀਂ ਦੇਖ ਰਹੀ, ਉਹ ਹੁਣ ਸਾਡੇ ਪ੍ਰਦਰਸ਼ਨ ਦੇਖੂਗੀ? ਔਰ ਲੋਕ ਜਿਹੜੇ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਕੁੱਟਿਆ ਕਿੱਦਾਂ ਵਾ ਕਿਸਾਨਾਂ ਨੂੰ? ਕੱਲ ਜਗਜੀਤ ਸਿੰਘ ਡੱਲੇਵਾਲ ਦੀ ਪੱਗ ਲਾਤੀ ਵਿਚਾਰੇ ਦੀ, ਗੁਰਸਿੱਖਾਂ ਦੀਆਂ ਪੱਗਾਂ ਮਾਰ ਕੇ ਚਲਾ ਕੇ ਮਾਰੀਆਂ ਉੱਧਰ। ਉਹਨਾਂ ਨੂੰ ਸਵੇਰੇ ਤੜਕੇ ਅੱਜ ਪਟਿਆਲੇ ਦੇ ਦਫ਼ਤਰ ਦੇ ਮੂਹਰੇ ਉਠਾਤਾ ਵਾ। ਆਪਾਂ ਸਰਕਾਰ ਨਾਲ ਕਿੱਦਾਂ ਲੜ ਸਕਦੇ? ਦੱਸੋ ਮੈਨੂੰ, ਸਮਝਾਓ। ਇੱਕ ਪਾਸੇ ਪੂਰਾ ਪੁਲਿਸ ਹਮਲਾ ਵਾ, ਇੱਕ ਪਾਸੇ ਉਹਨਾਂ ਕੋਲ ਪੂਰੀ ਮਸ਼ੀਨਰੀ ਆ, ਇੱਕ ਪਾਸੇ ਉਹਨਾਂ ਦੇ ਕੋਲ ਪੂਰੇ ਪਰਚੇ ਦਰਜ ਕਰਨ ਵਾਲਾ ਮਹਿਕਮਾ ਵਾ। ਤੇ ਓਪੋਜੀਸ਼ਨ, ਤਾਂ ਕਰਕੇ ਓਪੋਜੀਸ਼ਨ ਥੋੜੀ ਜਿਹੀ ਇਸ ਵਕਤ ਭੈਭੀਤ ਹੋਈ ਹੈ। ਇਹ ਫਿਰ ਆਪੋਜੀਸ਼ਨ ਕਿਹੋ ਜਿਹੀ ਹੋਈ? ਜਿਹੜੀ ਆਪੋਜੀਸ਼ਨ ਡਰ ਗਈ, ਫਿਰ ਆਪੋਜੀਸ਼ਨ, ਇਹਦਾ ਮਤਲਬ ਫਿਰ ਲੋਕਾਂ ਦੇ ਮੁੱਦੇ ਨਹੀਂ ਚੁੱਕੇ ਜਾਣਗੇ। ਖਹਿਰਾ ਸਾਹਿਬ, ਨਾਲੇ ਪਰਚਿਆਂ ਤੋਂ ਤੁਸੀਂ ਵੀ ਕਹਿੰਦੇ, ਤੁਸੀਂ ਜਿੰਨੀ ਵਾਰੀ ਗੱਲ ਕੀਤੀ ਤੁਸੀਂ ਕਿ ਮੈਂ ਪਰਚਿਆਂ ਤੋਂ ਨਹੀਂ ਡਰਦਾ, ਮੇਰੇ ਖਿਲਾਫ ਇੰਨੇ ਪਰਚੇ ਹੋਏ ਆ, ਇਹ ਪੋਲੀਟੀਕਲੀ ਚੀਜ਼ਾਂ ਹੁੰਦੀਆਂ ਰਹਿੰਦੀਆਂ। ਸਾਰਾ ਹੀ ਜਿਹੜਾ ਪੋਲੀਟੀਕਲ ਅਮਲਾ ਹੈਗਾ ਵਿਰੋਧੀ ਧਿਰ 'ਚ, ਉਹ ਸਾਰਾ ਹੀ ਕਹਿੰਦਾ ਕਿ ਅਸੀਂ ਇਹਨਾਂ ਨੂੰ ਪਰਚਿਆਂ ਨੂੰ ਦੇਖਿਆ ਹੋਇਆ। ਇੱਥੋਂ ਤੱਕ ਕਿ ਸੱਤਾ 'ਚ ਬੈਠੀ ਆਮ ਆਦਮੀ ਪਾਰਟੀ ਵੀ ਕਈ ਵਿਰੋਧੀ ਧਿਰ 'ਚ ਹੁੰਦਿਆਂ ਜਿਹੜੇ ਪਰਚੇ ਹੋਏ, ਉਹ ਅੱਜ ਉਹਦੀਆਂ ਤਰੀਕਾਂ ਭੁਗਤਦੀ ਪਈ ਆ। ਤੇ ਫਿਰ ਜੇ ਲੀਡਰ ਡਰ ਜਾਣਗੇ ਕਿ ਜੀ ਇਹ ਤਾਂ ਹੁਣ ਇਹਨਾਂ ਨੇ ਪਰਚਾ ਕਰ ਦੇਣਾ, ਫਿਰ ਲੋਕਾਂ ਦੀ ਆਵਾਜ਼ ਕਿੱਥੇ ਚੱਕੀ ਜਾਏਗੀ? ਜਸਵੀਰ, ਗੱਲ ਮੰਨੋ ਅੱਛੀ ਤਰ੍ਹਾਂ ਨਾਲ, ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਵਾਂ। ਹਰ ਇੱਕ ਆਦਮੀ ਡਰਦਾ ਵਾ ਜੀ। ਹੁਣ ਮੇਰੇ ਤੇ ਜਿਹੜਾ FIR ਦਰਜ ਕੀਤੀ ਆ, FIR ਨੰਬਰ 30 ਭੁਲੱਥ ਥਾਣੇ 'ਚ, ਉਹਦੇ ਮੇਰੀ ਵਾਈਫ ਦਾ ਨਾਮ ਲਿਖਿਆ ਹੋਇਆ ਵਾ। ਜਿਹੜੀ ਸਰਕਾਰ ਔਰਤਾਂ ਨੂੰ ਨਹੀਂ ਬਖਸ਼ ਰਹੀ, ਜਿਹੜੀ ਸਰਕਾਰ ਗੁਰਸਿੱਖਾਂ ਦੀਆਂ ਪੱਗਾਂ ਚਲਾ ਕੇ ਮਾਰ ਰਹੀ ਆ, ਲਾਠੀਆਂ ਮਾਰਦੀ, ਡੰਡੇ ਮਾਰਦੇ, ਤਾਂ ਡਰ ਤਾਂ ਹੁੰਦਾ ਹੀ ਨਾ। ਅਸੀਂ ਕੋਈ ਸਟੀਲ ਦੇ ਥੋੜ੍ਹੋ ਬਣੇ ਹੋਏ ਹਾਂ, ਕਿ ਸਾਡੇ ਕੋਲ ਲੋਹੇ ਦੇ ਥੋੜ੍ਹੋ ਕਿ ਮੇਰਾ ਸਰੀਰ ਕੋ ਫਲਾਣੇ ਸਰੀਰ ਨਾਲੋਂ ਲੱਗ ਗਿਆ। ਪਰ ਹੈਵਿੰਗ ਸੈਡ ਦੈਟ, ਫਿਰ ਵੀ ਸਾਡਾ, ਮੈਂ ਸਮਝਦਾ ਕਿ ਓਪੋਜੀਸ਼ਨ ਦਾ ਇਹ ਰੋਲ ਆ ਟੂ ਡਿਫੈਂਡ ਐਵਰੀ ਟੂ ਸਪੀਕ ਅਪ ਅਗੇਂਸਟ ਐਵਰੀ ਇਨਜਸਟਿਸ ਆਫ ਦ ਗਵਰਨਮੈਂਟ। ਇਹ ਲੋਕ ਦੇਖ ਰਹੇ ਨੇ। ਤਾਈਓ ਤੁਹਾਨੂੰ ਕਿਹਾ ਕਿ ਮੈਂ ਕਿਤੇ ਨਾ ਕਿਤੇ ਮਹਿਸੂਸ ਕੀਤਾ ਕਿ ਮੇਰੀ ਆਪਣੀ ਪਾਰਟੀ ਜਿਹੜੇ ਇਸ਼ੂਜ਼ ਜਿਹੜੇ ਉੱਠ ਰਹੇ ਨੇ, ਉਹਦੇ ਤੇ ਪੂਰੇ ਦਮਦਾਰ ਤਰੀਕੇ ਨਾਲ, ਮੈਂ ਤਾਂ ਕਹਿ ਰਿਹਾ ਵਾਂ, ਮੈਂ ਪਾਰਟੀ ਦੇ ਅੰਦਰ ਵੀ ਕਹਿੰਦਾ ਵਾਂ,
ਹੁਣ ਜਦੋਂ ਐਨਐਸਏ ਲਾਈ ਸੀਗੀ ਦੇयर ਵਾਸ ਅ ਡਿਫਰੈਂਸ ਆਫ ਓਪੀਨੀਅਨ। ਸਾਡੇ ਬਹੁਤ ਸਾਰੇ ਲੀਡਰ ਐਨਐਸਏ ਲਾਉਣ ਦੇ ਹੱਕ ਵਿੱਚ ਸੀਗੇ। ਮੈਂ ਕਿਹਾ ਮੈਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਦੀ ਹੱਕ 'ਚ ਇਹਦੀ ਸਪੋਰਟ ਕਰੂੰਗਾ। ਆਈ ਵਿਲ 100% ਅਪੋਜ਼ ਐਨਐਸਏ ਬਿਕੋਜ਼ ਪ੍ਰਿੰਸੀਪਲੀ ਗਲਤ ਹੈ। ਦੱਸੋ ਮੈਨੂੰ, ਬਾਬਾ ਸਾਹਿਬ ਅੰਬੇਦਕਰ ਨੇ ਜਦੋਂ ਕਾਨੂੰਨ ਬਣਾਇਆ ਉਹਦੇ 'ਚ ਐਨਐਸਏ ਲਾਈ ਸੀਗੀ, ਯੋਪਾ ਲਾਈ ਸੀਗੀ, ਟਾਡਾ ਲਾਈ ਸੀਗੀ। ਸਾਡਾ ਬੇਸਿਕ ਓਪੋਜੀਸ਼ਨ ਦਾ ਫਰਜ਼ ਹੈ ਕਿ ਅਸੀਂ ਅਪੋਜ਼ ਕਰਨਾ, ਔਰ ਸਾਡੇ ਨੌਜਵਾਨਾਂ ਨੂੰ ਚੱਕ ਕੇ ਅਸਾਮ ਦੀਆਂ ਜੇਲ੍ਹਾਂ 'ਚ ਲੈ ਗਏ ਨੇ। ਸੋ ਕਈ ਵਾਰ ਕੀ ਹੁੰਦਾ ਵਾ ਕਿ ਓਪੋਜੀਸ਼ਨ ਦੇ ਵਿੱਚ ਵੀ ਹਰ ਇੱਕ ਦਾ ਆਪਣਾ ਆਪਣਾ ਸੋਚਣ ਦਾ ਨਜ਼ਰੀਆ ਹੁੰਦਾ। ਕੁਝ ਲੋਕ ਜਿੱਦਾਂ ਐਨਐਸਏ ਆ ਉਹਨਾਂ ਦਾ ਨਜ਼ਰੀਆ ਹੋਰ ਸੀਗਾ, ਮੇਰਾ ਨਜ਼ਰੀਆ ਕੰਪਲੀਟਲੀ ਹੋਰ ਸੀਗਾ। ਸੋ ਇਸ ਕਰਕੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈਗਾ। ਥੋੜ੍ਹਾ ਬਹੁਤਾ ਹੋ ਸਕਦਾ ਵਾ ਕਿ ਤੁਹਾਨੂੰ ਐਂ ਲੱਗ ਰਿਹਾ ਕਿਉਂਕਿ ਤਾਜ਼ੀ ਇਲੈਕਸ਼ਨ ਜਿੱਤੀ ਇਹਨਾਂ ਨੇ, ਇੱਕ ਇਹਦੇ ਨਾਲ ਭੁੱਤਰ ਗਏ ਨੇ। ਇਹ ਇਲੈਕਸ਼ਨ ਕੁਛ ਨਹੀਂ ਗਏ, ਕੋਈ ਮੈਂਡੇਟ ਨਹੀਂ ਗਾ। ਇਹ ਸਾਰੀਆਂ ਸਰਕਾਰਾਂ ਦਾ ਟਰੈਕ ਰਿਕਾਰਡ ਕੱਢ ਕੇ ਚੱਕ ਕੇ ਦੇਖ ਲਓ। ਖਡੂਰ ਸਾਹਿਬ ਦੀ ਇਲੈਕਸ਼ਨ ਮੇਰੇ ਖਿਆਲ ਅਕਾਲੀ ਦਲ ਨੇ ਬੇਅਦਬੀਆਂ ਤੋਂ ਬਾਅਦ ਜਿੱਤੀ ਸੀਗੀ ਅਸੈਂਬਲੀ, 16 ਜਿੱਤੀ ਸੀਗੀ ਤੇ 17 'ਚ ਤੋਤੇ ਉੱਡ ਗਏ ਸੀਗੇ। ਸਿੱਕੀ ਹੋਰਾਂ ਨੇ ਜਦੋਂ ਛੱਡੀ, ਹਾਂ ਜਦੋਂ ਉਹਨੇ ਛੱਡੀ ਸੀਗੀ, ਬਾਅਦ 'ਚ ਅਕਾਲੀ ਦਲ ਨੇ ਉਹ ਜਿਮਨੀ ਚੋਣ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਦੇ ਕਤਲ ਤੋਂ ਬਾਅਦ ਜਿੱਤੀ ਆ ਰਮਾਇਣ। ਰਾਮਪੁਰਾ ਦਾ ਬੇਟਾ ਜਿੱਤਿਆ। ਹਾਂਜੀ, ਤੇ 17 'ਚ ਹਾਰ ਗਏ ਮੁੜ ਕੇ ਪੂਰੀ ਤਰ੍ਹਾਂ ਨਾਲ। ਸੋ ਇਹ ਗੱਲ ਹੁਣ ਇੱਥੇ ਜਿਹੜੀ ਇਹ ਲੜਾਈ ਆ, ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਕਿ ਇਹ ਭੈ ਦੀ ਪੋਲਿਟਿਕਸ ਦਾ ਕਰਕੇ ਵਿਰੋਧੀ ਧਿਰ ਉਸ ਤਰੀਕੇ ਨਾਲ ਸ਼ਿੱਦਤ ਨਾਲ ਨਹੀਂ ਆਵਾਜ਼ ਬੁਲੰਦ ਕਰ ਪਈ, ਜਾਂ ਫਿਰ ਡਿਫਰੈਂਸ ਆਫ ਓਪੀਨੀਅਨ ਦੀ ਵੀ ਤੁਸੀਂ ਗੱਲ ਕੀਤੀ ਕਿ ਵਿਰੋਧੀ ਧਿਰ ਦੇ ਅੰਦਰ ਵੀ ਬਹੁਤ ਸਾਰੀਆਂ ਧਿਰਾਂ, ਬਹੁਤ ਸਾਰੇ ਧੜੇ ਆ। ਸਿੱਧੂ ਸਾਹਿਬ ਦਾ ਆਪਣਾ ਧੜਾ, ਬਾਜਵਾ ਸਾਹਿਬ ਦਾ ਆਪਣਾ, ਰਾਜਾ ਵੜਿੰਗ ਹੋਰਾਂ ਦਾ ਆਪਣਾ, ਖਹਿਰਾ ਹੋਰੀ ਇਕੱਲੇ ਹੀ ਜਿਹੜੇ ਆ ਉਹ ਟਵੀਟ ਦੇ ਉੱਤੇ ਬੜਾ ਐਕਟਿਵ ਰਹਿੰਦੇ ਆ। ਤੁਹਾਨੂੰ ਤਾਂ ਵਿਧਾਨ ਸਭਾ ਦੇ ਅੰਦਰ ਕਹਿ ਦਿੱਤਾ ਗਿਆ ਸੀ ਇਹਨਾਂ ਦੀਆਂ ਗੱਲਾਂ ਦਾ ਨਹੀਂ ਅਸੀਂ ਜਵਾਬ ਦਿੰਦੇ, ਇਹ ਤਾਂ ਟਵੀਟੀ ਹੋਏ ਰਹਿੰਦੇ ਆ, ਜਾਂ ਇਹ ਕਾਰਨ ਹੈਗਾ? ਪਹਿਲਾਂ ਤਾਂ ਟਵੀਟ ਦਾ ਜਵਾਬ ਦਿੰਦਾ। ਕੇਜਰੀਵਾਲ ਕੀ ਕਰਦਾ ਵਾ? ਸਵੇਰ ਤੋਂ ਸ਼ਾਮ ਤੱਕ ਟਵਿੱਟਰ ਤੇ ਬੈਠਾ ਵਾ। ਭਗਵੰਤ ਮਾਨ ਕੀ ਕਰਦਾ? ਕੱਢੋ, ਮੇਰੇ ਟਵੀਟਸ ਜ਼ਿਆਦਾ ਨੇ ਕਿ ਭਗਵੰਤ ਮਾਨ ਦੇ ਜ਼ਿਆਦਾ ਨੇ? ਸੋ ਇਹ ਤਾਂ ਸਿਰਫ ਜਦੋਂ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਵਿਧਾਨ ਸਭਾ ਇੱਦਾਂ ਦੀ ਬੇਤੁਕੀਆਂ ਗੱਲਾਂ ਕਰਦੇ ਨੇ। ਆਫ ਕੋਰਸ ਕੁਝ ਇਸ਼ੂਜ਼ ਦੇ ਉੱਤੇ ਓਪੋਜੀਸ਼ਨ ਦੇ ਅੰਦਰ ਡਿਫਰੈਂਸ ਆਫ ਓਪੀਨੀਅਨ ਹੁੰਦਾ ਵਾ। ਮੈਂ ਤਾਂ ਕਹਿ ਰਿਹਾ ਵਾਂ, ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਕੈਮਰੇ ਦੇ ਉੱਤੇ। ਐਨਐਸਏ ਤੇ ਹੈਗਾ ਵਾ। ਸਾਡੀ ਪਾਰਟੀ ਵਿੱਚ 2 ਅਲੱਗ-ਅਲੱਗ ਰਾਏ ਨੇ। ਕੁਝ ਲੋਕ ਇੱਦਾਂ ਦੇ ਨੇ ਜਿਹੜੇ ਕਿ ਐਨਐਸਏ ਦੇ ਜਾਂ ਸਮਝਦੇ ਨੇ ਕਿ ਲਾਅ ਐਂਡ ਆਰਡਰ ਦੇ ਖਿਲਾਫ ਸਖਤੀ ਨਾਲ ਨਿਬੜਨਾ ਚਾਹੀਦਾ। ਤੁਸੀਂ ਸਖਤੀ ਕਹਿੰਦੇ ਨਾ, ਜਦੋਂ ਤੁਸੀਂ ਭਗਵੰਤ ਮਾਨ ਨੂੰ ਹੋਰ ਹੈਂਡਲ ਦੇ ਰਹੇ ਹੋ ਕਿ ਚੰਗੀ ਤਰ੍ਹਾਂ ਠੋਕ ਕੇ ਆਪਣਾ ਇਸਤੇਮਾਲ ਕਰ, ਦੇ ਸ਼ੁੱਡ ਰਿਅਲਾਈਜ਼। ਇੱਕ ਪਾਸੇ ਤੁਸੀਂ ਕਹਿੰਦੇ ਕਿ ਪੰਜਾਬ ਦੀ ਪੁਲਿਸ ਸਾਡੇ ਐਮਐਲਏਆਂ ਦੇ ਖਿਲਾਫ ਪਰਚੇ ਦਰਜ ਕਰਕੇ ਜੇਲ੍ਹਾਂ 'ਚ ਧੱਕ ਰਹੀ ਆ ਕਾਂਗਰਸ ਦੇ ਲੀਡਰਸ ਨੂੰ। ਇੱਕ ਪਾਸੇ ਤੁਸੀਂ ਉਹਦੀ ਸਪੋਰਟ ਕਰਦੇ ਹੋ ਉਹਨਾਂ ਇਸ਼ੂਜ਼। ਦੋ ਗੱਲਾਂ ਨਹੀਂ ਨਾ ਹੋ ਸਕਦੀਆਂ। ਆਈਦਰ ਪੰਜਾਬ ਦੀ ਪੁਲਿਸ ਬਹੁਤ ਵਧੀਆ ਭਗਵੰਤ ਚਲਾ ਰਿਹਾ ਵਾ, ਜਾਂ ਉਸ ਦਾ ਉਹ ਮਿਸਯੂਜ਼ ਕਰ ਰਿਹਾ ਵਾ। ਮੇਰਾ ਤਾਂ ਨਜ਼ਰੀਆ ਕਲੀਅਰ ਕੱਟ ਇਸ ਤਰ੍ਹਾਂ ਦਾ ਹੈਗਾ। ਦੂਸਰਾ ਹੈਗਾ ਵਾ ਕਿ ਤੁਸੀਂ ਜਿਹੜਾ ਹੁਣ ਜਿੱਦਾਂ ਅਸੀਂ ਕਿੱਥੇ ਉਠਾਈਏ ਓਪੋਜੀਸ਼ਨ ਕੋ ਮੇਨ ਪਲੇਟਫਾਰਮ ਕੀ ਆ? ਵਿਧਾਨ ਸਭਾ। ਇਹ ਮਿਲਦਾ ਕਿੰਨੀ ਵਾਰੀ ਆ? ਬਜਟ ਦਾ ਇਜਲਾਸ ਸਭ ਤੋਂ ਛੋਟਾ ਇਜਲਾਸ ਹੋ ਕੇ ਨਿਬੜਿਆ ਬੋਕਰ ਪਾਰਟੀ ਦਾ। ਇੰਨੀਆਂ ਥੋੜੀਆਂ ਸਿਟਿੰਗਸ ਕਦੀ ਨਹੀਂ ਰਹੀਆਂ। ਹੁਣ ਇਹਨਾਂ ਨੇ 2 ਦਿਨ ਦਾ ਸੈਸ਼ਨ ਬੁਲਾਇਆ, 92 ਬੰਦੇ ਇਹਨਾਂ ਦੇ ਕੋਲ ਸ਼ੋਰ ਮਚਾਉਣ ਵਾਲੇ ਨੇ। ਤੁਸੀਂ ਦੇਖ ਲੈਣਾ, ਉੱਥੇ ਗੱਲ ਹੀ ਨਹੀਂ ਕਰਨ ਦੇਣੀ। ਅਸੀਂ ਗੱਲਾਂ ਕਰਨੀਆਂ ਆ ਜਿਹੜੀ ਕਬਜ਼ੇ ਦੀ, ਅਸੀਂ ਗੱਲ ਕਰਨੀ ਕਟਾਰੂ ਚੱਕ ਦੀ, ਬੋਲਣ ਹੀ ਨਹੀਂ ਦੇਣਗੇ। ਸੋ ਇਸ ਕਰਕੇ ਵਾਟ ਆਰ ਦ ਪਲੇਟਫਾਰਮਸ ਅਵੇਲੇਬਲ ਟੂ ਦ ਓਪੋਜੀਸ਼ਨ ਅੰਡਰ ਦੀਜ਼ ਸਰਕਮਸਟੈਂਸਿਸ? ਇਹ ਉਹ ਆਦਮੀ ਨੇ ਜਿਹੜੇ ਕਹਿਣ ਨੂੰ ਆਮ ਆਦਮੀ ਨੇ, ਲੇਕਿਨ ਇਹਨਾਂ ਨਾਲੋਂ ਵੱਡੇ ਮੈਂ ਕੀ ਕਹਿ ਸਕਦਾ ਵਾਂ ਕਿ ਤਾਨਾਸ਼ਾਹ, ਇਹਨਾਂ ਨਾਲੋਂ ਵੱਡੇ ਜ਼ਾਲਮ ਬੰਦੇ। ਉੱਤੋਂ ਦੀ ਇਹਨਾਂ ਨੂੰ ਸਰਕਾਰੀ ਮਸ਼ੀਨਰੀ ਮਿਲ ਗਈ ਹੈ। ਉਹ ਇਹ ਆਪਣਾ ਰੰਗ ਦਿਖਾ ਰਹੇ ਨੇ ਪੂਰਾ, ਔਰ ਲੋਕੀ ਫਿਲਮ ਦੇਖ ਰਹੇ ਨੇ। ਇਹ ਐਂ ਲੱਗਦਾ ਹੁੰਦਾ ਕਿ ਕੋਈ ਹੁਣ ਮੋਰਿਓਂ ਕੋਈ ਬੋਲ ਨਹੀਂ ਰਿਹਾ। ਇਹ ਲਾਵਾ ਇੱਕੋ ਦਿਨ ਫਟਣਾ। ਜਿਹੜਾ ਪਾਪ ਦਾ ਘੜਾ ਨਾ, ਉਹ ਕਿੰਨੀ ਦੇਰ ਭਰੂਗਾ? ਕੀ ਕਹਿੰਦੇ ਹੁੰਦੇ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ। ਇਹਨਾਂ ਨੇ ਪਾਪ ਹੀ ਇੰਨੇ ਕਰ ਦੇਣੇ ਆ ਅਖੀਰ ਤੱਕ। ਪਾਪ ਕਟਾਰੂ ਚੱਕ, ਮਾਣੂ ਕੇ ਕਬਜੇ, ਜ਼ਮੀਨਾਂ, ਧੱਕਾ, ਪਰਚੇ, ਖਹਿਰਾ, ਫਲਾਨਾ ਚੜ ਜਾਣ। ਤੁਸੀਂ ਨਾ ਵਿਧਾਨ ਸਭਾ ਦਾ ਜ਼ਿਕਰ ਕੀਤਾ, ਮੈਂ ਨਾਲ ਹੀ ਥੋੜ੍ਹਾ ਜਿਹਾ ਵੀ ਇਹ ਗੱਲ ਕਰ ਲੈਂਦੇ ਆਪਾਂ ਕਿ ਇੱਕ ਸਪੈਸ਼ਲ ਇਜਲਾਸ ਬੁਲਾ ਰਹੀ ਹੈ ਸਰਕਾਰ। 19 ਜਾਂ 20 2 ਦਿਨ ਦਾ ਇਹ ਹੋ ਸਕਦਾ, ਔਰ ਉਹਦੇ ਵਿੱਚ ਨਾ ਸਿਰਫ ਕੇਂਦਰ ਦੇ ਵੱਲੋਂ ਜਿਹੜੇ ਫੰਡ ਰੋਕੇ ਜਾ ਰਹੇ ਆ ਜਾਂ ਕਿੱਥੇ ਕਟੌਤੀਆਂ ਕੀਤੀਆਂ ਜਾ ਰਹੀਆਂ, ਉਹਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਣਾ। ਚਰਚਾ ਇਹ ਵੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਵੀ ਮਤਾ ਲਿਆਂਦਾ ਜਾ ਰਿਹਾ, ਉਹ ਨਿੰਦਾ ਪ੍ਰਸਤਾਵ ਉਹਦੇ ਖਿਲਾਫ ਵੀ ਪਾਸ ਕਰਨਾ। ਜੀ ਇਹ ਦਲਿਤਾਂ ਦਾ ਅਪਮਾਨ ਕੀਤਾ। ਇਹ ਹੁਣ ਕਾਂਗਰਸ ਨੂੰ ਵਿਧਾਨ ਸਭਾ ਤੋਂ ਪਹਿਲਾਂ ਹੀ ਬਾਹਰ ਕਰਨ ਦੀ ਤਿਆਰੀ ਹੈ ਜਾਂ ਘੇਰਨ ਦੀ ਤਿਆਰੀ? ਨਹੀਂ, ਇਹ ਮਿਸਯੂਜ਼ ਆਫ ਪਾਵਰਸ ਆ, ਮਿਸਯੂਜ਼ ਆਫ ਬਰੂਟ ਮੈਜੋਰਿਟੀ। ਪੰਜਾਬ ਦੇ ਲੋਕਾਂ ਨੇ ਇਸ ਲਈ ਥੋੜ੍ਹਾ ਇਹਨਾਂ ਨੂੰ 92 ਜਿਤਾ ਕੇ ਭੇਜੇ ਸੀਗੇ ਕਿ ਤੁਸੀਂ ਕਿਸੇ ਦੀ ਗੱਲ ਹੀ ਨਾ ਸੁਣੋ ਅਗਲੇ ਪਾਸਿਓਂ। ਇਹ ਜਿਹੜਾ ਮਤਾ ਪ੍ਰਤਾਪ ਬਾਜਵੇ ਦੇ ਖਿਲਾਫ ਲੈ ਕੇ ਆਉਣਗੇ, ਇਹ ਸੁਣੀਆਂ ਨਹੀਂ ਗੱਲਾਂ, ਇਹ ਲੈ ਕੇ ਆਉਣਗੇ ਪੱਕਾ। ਪਰ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਤਾਪ ਨੇ ਆਪਣੀ ਸਾਰੀ ਤਕਰੀਰ ਵਿੱਚ ਬਾਜਵਾ ਸਾਹਿਬ ਨੇ ਕਿਤੇ ਦਲਿਤ ਸ਼ਬਦ ਵਰਤਿਆ? ਨਹੀਂ ਵਰਤਿਆ। ਠੀਕ ਹੈ, ਉਹਨਾਂ ਨੇ ਕਿਹਾ ਕਿ ਇੱਕ ਅਨਡਿਜ਼ਰਵਿੰਗ ਬੰਦੇ, ਇੱਕ ਲੋਟ ਜਿਹੜਾ ਐਮਐਲਏਜ਼ ਦਾ ਇੱਦਾਂ ਦਾ ਆ ਗਿਆ ਪੰਜਾਬ ਦੀ ਰਾਜਨੀਤੀ ਵਿੱਚ ਜਿਹੜੇ ਯੋਗ ਨਹੀਂ ਸੀਗੇ।
ਤੇ ਅਸੀਂ ਪ੍ਰਸਤਾਵ ਲੈ ਕੇ ਆਵਾਂਗੇ। ਮੈਂ ਪੁੱਛਣਾ ਚਾਹੁੰਦਾ ਤੇ ਫਿਰ ਕੇਜਰੀਵਾਲ ਨੇ ਜਲੰਧਰ ਦੀ ਇਲੈਕਸ਼ਨ ਵਿੱਚ ਆਪਣੇ ਚਰਨਜੀਤ ਚੰਨੀ ਦਾ ਨਾਮ ਲੈ ਕੇ ਅਪਮਾਨ ਕੀਤਾ। ਨਾਮ ਉਹਨੇ, मैं आप सुनिया सोशल मीडिया पे क्लिप, कहता जी कि चन्नी साहब कहते हैं कि केजरीवाल कपड़े नहीं अच्छे पहनता। तो फिर कहता कि मैं पूछना चाहता हूँ चन्नी साहब से, क्या आप मेरे साथ मेरा रिश्ता मांगते हैं, मेरा रिश्ता करना चाहते हैं कि ये दलितों का अपमान नहीं गा? बट नो एक्शन। सो इस करके कटारू ਚੱਕ ने एक दलित का बलात्कार किया वा, ਉਹਦੇ ਨਾਲ ਬਦਫੈਲੀ ਕੀਤੀ ਹੈ ਕਿ ਇਹ ਨਿੰਦਾ ਪ੍ਰਸਤਾਵ ਨਹੀਂ ਬਣਦਾ। ਨੋ ਐਕਸ਼ਨ। ਸੋ ਇਸ ਕਰਕੇ ਸਾਡੇ ਕੋਲ ਜਿਹੜੇ ਡੈਮੋਕ੍ਰੇਸੀ ਵਿੱਚ ਪਲੇਟਫਾਰਮਸ ਅਵੇਲੇਬਲ ਨੇ ਉਹ ਸਾਰੇ ਇਹਨਾਂ ਨੇ ਤੈਸ਼ ਨੈਸ਼ ਕਰਤੇ ਆ। ਵਿਧਾਨ ਸਭਾ ਉਡਾਤੀ ਆ। ਜਿਹੜੀਆਂ ਪ੍ਰੋਸੀਡਿੰਗਸ ਕਹਿੰਦੇ ਸੀ ਅਸੀਂ ਲਾਈਵ ਦਿਖਾਉਣੇ, ਉਹ ਸਾਰਾ ਫੇਕ ਆ। ਉਹ ਸਿਰਫ ਇੱਕ ਤਰਫਾ ਦਿਖਾਈ ਜਾਂਦੀ ਆ। ਸਾਡੇ ਤਾਂ ਮਾਈਕ ਹੀ ਬੰਦ ਕਰ ਦਿੰਦੇ, ਸਾਡੇ ਤਾਂ ਕੈਮਰਾ ਹੀ ਨਹੀਂ ਕਦੇ ਦਿਖਾਉਂਦੇ। ਫਿਰ ਸਾਡੇ ਕੋਲ ਮੀਡੀਆ ਇੱਕ ਹੈਗਾ ਹੈਂਡਲ, ਫੋਰਥ ਪਿਲਰ ਆਫ ਡੈਮੋਕ੍ਰੇਸੀ, ਇਹ ਸਾਡੇ ਤੋਂ ਉਹ ਵੀ ਖੋਲਿਆ। ਤੁਸੀਂ ਦੱਸੋ ਖੈਰੇ ਦੀ ਕਦੀ ਕਿਸੇ ਅੰਗਰੇਜ਼ੀ ਅਖਬਾਰ ਵਿੱਚ, ਪ੍ਰਿੰਟ ਮੀਡੀਆ ਵਿੱਚ ਖਬਰ ਦੇਖੀ ਹੈ? ਕਿਸੇ ਇਸਟੈਬਲਿਸ਼ਡ ਇਲੈਕਟ੍ਰੋਨਿਕ ਚੈਨਲ ਜਿਹੜੇ ਚੱਲਦੇ ਨੇ, ਜਿਹੜੇ Z 18 ਨਿਊਜ਼, ਦੂਜੇ ਤੀਜੇ, ਕਦੀ ਖੈਰੇ ਦੇ ਨਾਮ ਦੇਖੀ ਹੈ? ਨੈਵਰ। ਸੋ ਵੀ ਆਰ ਲੈਫਟ ਵਿਦਆਊਟ ਆਪਸ਼ਨ। ਪਰ ਮੈਂ ਫਿਰ ਕਹਿਣਾ ਚਾਹੁੰਦਾ ਵਾਂ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ, ਇਹਦਾ ਘੜਾ ਭਰ ਰਿਹਾ ਵਾ, ਆਪੇ ਫਟ ਜਾਣਾ। ਅਸੀਂ ਕਰੀ ਚੱਲਾਂਗੇ, ਸਾਡਾ ਹੈਗਾ ਜਿੰਨਾ ਰੋਲ। ਬਟ ਇਹ ਜਿਹੜੇ ਜਿਸ ਢੰਗ ਦੇ ਨਾਲ ਇਹ ਪੰਜਾਬ ਨੂੰ ਚਲਾ ਰਹੇ ਨੇ, ਇਹ ਅਨਪ੍ਰੈਸੀਡੈਂਟਡ ਆ। ਇੱਦਾਂ ਦਾ ਅਥੋਰੀਟੇਰੀਅਨ ਰਾਜ, ਇੱਦਾਂ ਦਾ ਐਰੋਗੈਂਟ ਰਾਜ, ਇੱਦਾਂ ਦਾ ਆਟੋਕ੍ਰੈਟਿਕ ਰਾਜ, ਇੱਦਾਂ ਦਾ ਤਾਨਾਸ਼ਾਹ ਰਾਜ ਮੈਂ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਦੇਖਿਆ। ਆਖਰੀ ਸਵਾਲ ਹੈ ਕਿ ਕਾਂਗਰਸ ਕੋਈ ਰਣਨੀਤੀ ਇਸ ਸਪੈਸ਼ਲ ਇਜਲਾਸ ਲਈ ਬਣਾ ਰਹੀ ਹੈ, ਕੋਈ ਆਪਸ ਦੇ ਵਿੱਚ ਇੱਦਾਂ ਦਾ ਕੋਈ ਮਤਾ ਪੁਗਾ ਰਹੀ ਹੈ ਕਿ ਜੇ ਆਹ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਡੇ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ ਹੀ ਮਤਾ ਲਿਆ ਰਹੇ ਆ, ਤੇ ਫਿਰ ਉਹਨੂੰ ਲੈ ਕੇ ਕਾਂਗਰਸ ਦੀ ਕੀ ਰਣਨੀਤੀ ਆ, ਉਹ ਵਿਧਾਇਕਾਂ ਦੀ ਕੀ ਰਣਨੀਤੀ? ਸਾਡੀ ਨਾ ਜਿੱਦਾਂ 19 ਨੂੰ ਸੈਸ਼ਨ ਆ ਤੇ ਲੀਡਰ ਆਫ ਆਪੋਜੀਸ਼ਨ ਨੇ ਇੱਕ ਦਿਨ ਪਹਿਲਾਂ ਮੀਟਿੰਗ ਰੱਖਣੀ ਆ। ਅਸੀਂ ਸਾਰੀਆਂ ਗੱਲਾਂ ਉਹਦੇ 'ਤੇ ਥ੍ਰੈਡਬੇਅਰ ਡਿਸਕਸ ਕਰਾਂਗੇ ਔਰ ਆਪਣਾ ਪੂਰੀ ਵਾਹ ਲਾਵਾਂਗੇ ਕਿ ਅਸੀਂ ਲੋਕਾਂ ਤੱਕ ਸਹੀ ਗੱਲਾਂ ਜਿਹੜੀਆਂ ਉਹ ਪੰਜਾਬ ਦੇ ਹਾਲਾਤ ਪਹੁੰਚਾ ਸਕੀਏ। ਬਾਵਜੂਦ ਕਿ ਸਾਰੀ ਪ੍ਰੈਸ ਜਿਹੜੀ ਇਸ ਵਕਤ ਇਹਨਾਂ ਨੇ ਹਾਈਜੈਕ ਕੀਤੀ ਹੋਈ ਆ, ਬਾਵਜੂਦ ਕਿ ਅੰਦਰ ਸਾਰੇ ਕੈਮਰਾਜ਼ ਲਾਈਵ, ਸਾਰੇ ਬੋਗਸ ਪ੍ਰੋਸੀਡਿੰਗਸ ਨੇ, ਬਾਵਜੂਦ ਕਿ ਸਪੀਕਰ ਆਪੋਜੀਸ਼ਨ ਨੂੰ ਟਾਈਮ ਨਹੀਂ ਦਿੰਦੇ, ਇਹਨਾਂ ਗੱਲਾਂ ਦੇ ਬਾਵਜੂਦ ਵੀ ਵਿਲ ਟਰਾਈ ਆਰ ਬੈਸਟ ਟੂ ਫਾਈਟ ਫॉर ਆਵਰ ਸਟੇਟ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਖਹਿਰਾ ਸਾਹਿਬ, ਗੱਲਬਾਤ ਕਰਨ ਲਈ ਤੁਸੀਂ ਸਮਾਂ ਦਿੱਤਾ ਸਾਨੂੰ। ਵੈਲਕਮ, ਮੈਂ ਤਾਂ ਹਰ ਵੇਲੇ ਤੁਹਾਡੇ ਨਾਲ ਹਾਂ। ਸ਼ੁਕਰੀਆ ਜੀ। ਸੁਖਪਾਲ ਸਿੰਘ ਖਹਿਰਾ, ਉਹ ਵਿਧਾਇਕ ਜਿਹੜਾ ਗੜਕ ਕੇ ਬੋਲਦਾ, ਬੁਲੰਦ ਆਵਾਜ਼ ਦੇ ਵਿੱਚ ਮੁੱਦਿਆਂ ਨੂੰ ਚੁੱਕਦਾ। ਗੱਲ ਵੱਖਰੀ ਹੈ ਕਿ ਕਈ ਵਾਰੀ ਉਹਨਾਂ ਦੀ ਆਪਣੀ ਪਾਰਟੀ ਉਹਨਾਂ ਮੁੱਦਿਆਂ 'ਤੇ ਉਸ ਸ਼ਿੱਦਤ ਦੇ ਨਾਲ ਸੁਖਪਾਲ ਖਹਿਰਾ ਹੋਰਾਂ ਦੇ ਨਾਲ ਖੜੀ ਨਜ਼ਰ ਨਹੀਂ ਆਉਂਦੀ। ਕਦੀ ਕਦੀ ਇਸ ਗੱਲੋਂ ਵੀ ਚਰਚਾ ਰਹਿੰਦੀ ਹੈ ਕਿ ਇਕੱਲੇ ਟਵੀਟੋ ਟਵੀਟ ਹੀ ਹੋਏ ਰਹਿੰਦੇ ਆ, ਪਰ ਬਾਵਜੂਦ ਇਹਦੇ ਜਿਹੜੇ ਨੁਕਤੇ ਨੇ ਬੜੇ ਮਹੱਤਵਪੂਰਨ ਨੇ, ਮੁੱਦੇ ਬੜੇ ਮਹੱਤਵਪੂਰਨ ਨੇ ਔਰ ਆਰੋਪ ਬਹੁਤ ਵੱਡੇ ਨੇ ਸੱਤਾ ਧਿਰ ਦੇ ਉੱਤੇ ਕਿ ਕਿਸ ਤਰੀਕੇ ਨਾਲ ਉਹ ਇਸ ਸਮੇਂ ਸਰਕਾਰ ਚਲਾ ਰਿਹਾ। ਜਿਹੜੇ ਦਾਅਵੇ ਸੀ ਉਹਨਾਂ ਦਾਅਵਿਆਂ ਦੇ ਤੁੱਲ ਕਿਉਂ ਨਹੀਂ ਨਜ਼ਰ ਆ ਰਹੀਆਂ ਚੀਜ਼ਾਂ। ਫਿਲਹਾਲ ਹੁਣ ਸਵਾਲ ਵੱਡੇ ਸੁਖਪਾਲ ਖਹਿਰਾ ਨੇ ਉਹਨਾਂ ਮੁੱਦਿਆਂ 'ਤੇ ਉਠਾਤੇ ਆ, ਇਹਨਾਂ ਦੇ ਜਵਾਬ ਸੱਤਾ ਧਿਰ ਦੇਗੀ। ਸਾਡੀ ਕੋਸ਼ਿਸ਼ ਸੀ ਕਿ ਤੁਹਾਡੇ ਤੱਕ ਆਵਾਜ਼ ਪਹੁੰਚਾਈ ਜਾਵੇ, ਕਿਉਂਕਿ ਖਹਿਰਾ ਸਾਹਿਬ ਨੇ ਇੱਕ ਸ਼ਿਕਾਇਤ ਵੀ ਰੱਖੀ ਹੈ ਕੈਮਰੇ ਦੇ ਸਾਹਮਣੇ ਬੈਠ ਕੇ ਕਿ ਮੀਡੀਆ ਮੈਨੂੰ ਦਿਖਾਉਂਦਾ ਨਹੀਂ ਆ, ਮੀਡੀਆ ਮੇਰੀ ਕਵਰੇਜ ਉਸ ਤਰੀਕੇ ਨਾਲ ਨਹੀਂ ਕਰਦਾ। ਪਰ ਸਾਡੀ ਕੋਸ਼ਿਸ਼ ਹੈ ਸੱਤਾ ਵੀ, ਵਿਰੋਧੀ ਧਿਰ ਵੀ, ਆਮ ਵੀ, ਖਾਸ ਵੀ, ਜਿਹਦੀ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਉਹ ਪਹੁੰਚਾਈ ਜਾਵੇ। ਕੈਮਰਾਮੈਨ ਰਵਿੰਦਰ ਦੇ ਨਾਲ ਜਸਵੀਰ, TV ਪੰਜਾਬ, ਭੁਲੱਥ।